ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਰਤਨ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ ਬਾਣੀ ਗੁਰ ਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ ਗੁਰ ਬਾਣੀ ਲਾਗੇ ਤਿੰਨ ਹੱਥ ਚੜਿਆ ਇਕ ਰਤਨ ਅਮੋਲਕ ਅਪਾਰਾ ਹਰ ਹਰ ਨਾਮ ਅਤੋਲਕ ਪਾਇਆ ਤੇਰੀ ਭਗਤ ਭਰੇ ਭੰਡਾਰਾ ਸਮੁੰਦ ਵਿਰੋਲ ਸਰੀਰ ਹਮ ਦੇਖਿਆ ਇਕ ਵਸਤ ਅਨੂਪ ਦਿਖਾਈ ਗੁਰ ਗੋਵਿੰਦ ਗੋਵਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੈ ਪਰਮ ਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਿ ਗੁਰ ਕਾ ਦਰਸ਼ਨ ਪਾਏ ਜੀਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਨ ਪਰਤਾਖ ਗੁਰੂ ਨਿਸਤਾਰੇ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਨਾਮ
श्री वाहिगुरु साहिब जी। तनासरी महला पंजवा। कारो बारवा। एक ओंकार सतगुर प्रसाद। बंदना हर बंदना गुण गावहो गोपाल राय। बंदना हर बंदना गुण गावहो गोपाल राय। रहाओ वड्डा भाग भेटे गुरदेवा। कोट पराध मिटे हर सेवा। चरण कमल जाका मन रापै। सोग अगन तिस जन नाम व्यापै। सागर तरिया साधु संगे। निर्भव नाम जपहो हर रंगे। पर धन दुख किश पाप ना फेड़े। जम जंदार ना आवे नेड़े। तृष्णा अगन प्रभ आप बुझाई। नानक उदरे प्रभ सरणाई। तृष्णा अगन प्रभ आप बुझाई। नानक उदरे प्रभ सरणाई। वाहिगुरु जी का खालसा वाहिगुरु जी की फतेह। परम सन्मानयोग गुरता गद्दी ते सुभाईमान चवर छतर तख्त जी दे मालक याहरा जहूर हाजरा हजूर दसां पातशाहियां दे आत्मिक स्वरूप। धन 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 साहिब सतगुरु श्री गुरु ग्रंथ साहिब महाराज जी की पावन पवित्र हजूरी अंदर। धन धन बाबा भाई झाड़ू साहिब जी दे पवित्र अस्थानां ते सत संगत रूप हो करके हाजरियां भर रहे गुरु प्यारिओ गुरु सवारिओ वडभागे हो। सत संगत दियां घड़ियां प्राप्त हो रहीआं ने। ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਦਰਸ਼ਨ ਦੀਦਾਰ ਪਰਸ ਕਰਕੇ
ਅੰਮ੍ਰਿਤਮਈ ਪੰਜਾਂ ਬਾਣੀਆਂ ਦੇ ਨਿਤਨੇਮ ਸਰਵਣ ਕਰਕੇ ਅਤੇ ਅੰਮ੍ਰਿਤਮਈ ਗੁਰਬਾਣੀ ਆਸਾ ਕੀ ਵਾਰ ਦਾ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਨੂੰ ਸਵਾਰਨ ਦਾ ਯਤਨ ਕਰ ਰਹੇ ਸੀ। ਵਡਭਾਗੇ ਹੋ। ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਇਸ ਪਾਵਨ ਪਵਿੱਤਰ ਅਸਥਾਨ ਤੇ ਆਪਾਂ ਰੋਜ਼ਾਨਾ ਹੀ ਸਤਿਗੁਰਾਂ ਵੱਲੋਂ ਬਖਸ਼ਿਸ਼ ਕੀਤੇ ਪਾਵਨ ਹੁਕਮਨਾਮੇ ਦੀ ਵਿਚਾਰ ਸਰਵਣ ਕਰਦੇ ਆ ਰਹੇ ਹਾਂ। ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕਰਕੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੇ ਜੋ ਪਾਵਨ ਹੁਕਮਨਾਮਾ ਸਾਡੇ ਕਲਯੁਗ ਜੀਵਾਂ ਤਾਈਂ ਬਖਸ਼ਿਸ਼ ਕੀਤਾ ਹੈ, ਸੋ ਪਾਵਨ ਹੁਕਮਨਾਮਾ ਆਪ ਜੀ ਨੇ ਹੁਣੇ ਵੀ ਸਰਵਣ ਕੀਤਾ ਹੈ। ਸਤਿਗੁਰਾਂ ਦੀ ਕਿਰਪਾ ਦੁਆਰਾ ਆਓ ਪਾਵਨ ਹੁਕਮਨਾਮੇ ਦੀ ਵਿਚਾਰ ਸਰਵਣ ਕਰਕੇ ਆਪਣੇ ਜੀਵਨ ਨੂੰ ਸਵਾਰਨ ਦਾ ਯਤਨ ਕਰਨਾ ਕਰੀਏ। ਮਨ ਦੀ ਇਕਾਗਰਤਾ ਵਾਸਤੇ ਉਚਾਰਨ ਕਰਨਾ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾ। ਘਰ ਬਾਰਵਾਂ। ਇਕ ਓੰਕਾਰ ਸਤਿਗੁਰ ਪ੍ਰਸਾਦ। ਬੰਦਨਾ ਹਰਿ ਬੰਦਨਾ ਗੁਣ ਗਾਵਹੁ ਗੋਪਾਲ ਰਾਏ। ਅੱਜ ਦਾ ਪਾਵਨ ਪਵਿੱਤਰ ਹੁਕਮਨਾਮਾ ਪੰਚਮ ਗੁਰਦੇਵ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਧਨਾਸਰੀ ਰਾਗ ਅੰਦਰ 683 ਅੰਗ ਤੇ ਇਹ ਪਾਵਨ ਸ਼ਬਦ ਦਰਜ ਹੈ। ਘਰ 12ਵੇਂ ਘਰ ਸੁਰ ਤਾਲ ਵਿੱਚ ਕੀਰਤਨ ਕਰਨ ਦਾ ਹੁਕਮ ਹੋਇਆ ਹੈ, ਕਿਉਂਕਿ ਸਤਿਗੁਰਾਂ ਨੇ ਪਾਵਨ ਗੁਰਬਾਣੀ ਅੰਦਰ 17 ਘਰਾਂ ਦਾ ਜ਼ਿਕਰ ਕੀਤਾ ਹੈ। ਵਿਦਵਾਨਾਂ ਦੀ ਮਤ ਮੁਤਾਬਕ 64 ਧਾਮ 64 ਘਰ ਮੰਨੇ ਹੋਏ ਨੇ। ਉਹਨਾਂ ਵਿੱਚੋਂ 17 ਸ਼੍ਰੋਮਣੀ ਨੇ ਜੋ ਸਤਿਗੁਰਾਂ ਨੇ ਉਚਾਰਨ ਕੀਤੇ ਨੇ। ਸੋ ਇਹਨਾਂ ਦਾ ਸੰਬੰਧ ਸੰਗੀਤ ਨਾਲ, ਕੀਰਤਨ ਨਾਲ ਰੱਖਿਆ ਹੈ। ਇੱਥੇ ਮਹਾਰਾਜ ਜੀ ਨੇ 12ਵੇਂ ਘਰ ਸੁਰ ਤਾਲ ਵਿੱਚ ਇਸ ਪਾਵਨ ਸ਼ਬਦ ਦਾ ਕੀਰਤਨ ਕਰਨ ਦਾ ਹੁਕਮ ਕੀਤਾ ਹੈ। ਸ਼ਬਦ ਦੀ ਆਰੰਭਤਾ ਤੋਂ ਪਹਿਲਾਂ ਵਸਤੂ ਨਿਰਦੇਸ਼ਕ ਮੰਗਲ ਕਰਦੇ ਨੇ। ਇੱਕ ਓੰਕਾਰ, ਵਾਹਿਗੁਰੂ ਇੱਕ ਹੈ। ਓੰਕਾਰ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ, ਉਹ ਆਨੰਦ ਸਰੂਪ ਹੈ, ਉਹ ਚੇਤਨ ਸਰੂਪ ਹੈ। ਸਤਿਗੁਰਾਂ ਦੀ ਕਿਰਪਾ ਦੁਆਰਾ ਉਸ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਇੱਕ ਦਿਨ ਗੁਰਸਿੱਖਾਂ ਨੇ
ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਕੀਤੀ, ਬੇਨਤੀ ਕੀਤੀ, ਗਰੀਬ ਨਵਾਜ ਪਾਤਸ਼ਾਹ ਜੀਓ, ਦੁਨੀਆ ਦੇ ਅੰਦਰ ਲੋਕ ਵੱਖਰੀ ਵੱਖਰੀ ਪੂਜਾ ਕਰਦੇ ਨੇ। ਕੋਈ ਗਣੇਸ਼ ਨੂੰ ਪੂਜਦਾ ਹੈ, ਕੋਈ ਰਾਮ ਦੀ ਪੂਜਾ ਕਰਦਾ ਹੈ, ਕੋਈ ਕ੍ਰਿਸ਼ਨ ਦੀ ਪੂਜਾ ਕਰਦਾ ਹੈ, ਕੋਈ ਬ੍ਰਹਮੇ ਦੀ ਪੂਜਾ ਕਰਦਾ ਹੈ, ਕੋਈ ਸ਼ਿਵ ਦੀ ਪੂਜਾ ਕਰਦਾ ਹੈ, ਕੋਈ ਵਿਸ਼ਨੂੰ ਦੀ ਪੂਜਾ ਕਰਦਾ ਹੈ, ਕੋਈ ਲక్ష్ਮੀ ਦੀ ਪੂਜਾ ਕਰਦਾ ਹੈ, ਕੋਈ ਕਿਸੇ ਨੂੰ ਪੂਜਦਾ ਹੈ, ਕੋਈ ਕਿਸੇ ਨੂੰ ਪੂਜਦਾ ਹੈ। ਜਿਵੇਂ ਦਸਵੇਂ ਪਾਤਸ਼ਾਹ ਨੇ ਬਚਨ ਕੀਤੇ ਨੇ, ਕੋ ਬਤਾਨ ਕੋ ਪੂਜਤ ਹੈ, ਪਸ ਕੋ ਮਿਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਕੋਈ ਬੁੱਤਾਂ ਦੀ ਪੂਜਾ ਕਰਦਾ ਪਸ਼ੂ ਬਿਰਤੀ ਵਾਲਾ, ਤੇ ਕੋਈ ਮੁਰਦਿਆਂ ਦੀ ਪੂਜਾ ਭਾਵ ਕਬਰਾਂ ਦੀ ਪੂਜਾ ਕਰਦਾ। ਤੇ ਮਹਾਰਾਜ ਕਹਿੰਦੇ ਝੂਠੇ ਕੰਮਾਂ ਵਿੱਚ ਸਾਰਾ ਜਗਤ ਫਸ ਗਿਆ ਹੈ, ਸ਼੍ਰੋਮਣੀ ਭਗਵਾਨ ਵਾਹਿਗੁਰੂ ਦਾ ਭੇਦ ਨਹੀਂ ਜਾਣਿਆ। ਸੋ ਵੱਖਰੀ ਵੱਖਰੀ ਪੂਜਾ, ਕੋਈ ਜੰਡਾਂ ਨੂੰ ਮੱਥੇ ਟੇਕਦਾ ਹੈ, ਕੋਈ ਪਿੱਪਲ ਦੇ ਅੱਗੇ ਮੱਥੇ ਟੇਕਦਾ ਹੈ। ਕੁੱਤਿਆਂ ਬਿੱਲਿਆਂ ਦੀ ਪੂਜਾ ਵੀ ਸਨਾਤਨੀਆਂ ਵਿੱਚ ਹੈ, ਚੂਹਿਆਂ ਦੀ ਪੂਜਾ ਵੀ ਹੈਗੀ, ਕਈ ਪ੍ਰਕਾਰ ਦੀ ਪੂਜਾ। ਕਈਆਂ ਅੱਗੇ ਨਮਸਕਾਰਾਂ ਕਰਦੇ ਨੇ। ਮਹਾਰਾਜ ਸਾਨੂੰ ਕੀ ਹੁਕਮ ਹੈ, ਅਸੀਂ ਕਿਸ ਦੀ ਪੂਜਾ ਕਰਨੀ ਹੈ, ਅਸੀਂ ਕਿਸ ਦੇ ਅੱਗੇ ਨਮਸਕਾਰ ਕਰਨੀ ਹੈ, ਅਸੀਂ ਕਿਸ ਦੇ ਗੁਣ ਗਾਉਣੇ ਨੇ। ਇਉਂ ਗੁਰਸਿੱਖਾਂ ਨੇ ਪੰਜਵੇਂ ਪਾਤਸ਼ਾਹ ਅੱਗੇ ਅਰਦਾਸ ਬੇਨਤੀ ਕੀਤੀ ਹੈ। ਵਿਦਵਾਨਾਂ ਦੀ ਲਿਖਤ ਮੁਤਾਬਕ ਉਸ ਵੇਲੇ ਸਤਿਗੁਰੂ ਜੀ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ ਹੈ, ਬੰਦਨਾ ਹਰ ਬੰਦਨਾ। ਬੰਦਨਾ ਦਾ ਅਰਥ ਨਮਸਕਾਰ। ਮਹਾਰਾਜ ਕਹਿਣ ਲੱਗੇ ਗੁਰਸਿੱਖੋ, ਨਮਸਕਾਰ ਕਰਨੀ ਹੈ ਕਿਹਨੂੰ? ਹਰ ਬੰਦਨਾ, ਜੋ ਨਮਸਕਾਰ ਕਰਨ ਦੇ ਯੋਗ ਵਾਹਿਗੁਰੂ ਹੈ। ਨਮਸਕਾਰ ਉਹਦੇ ਅੱਗੇ ਕਰਨੀ ਹੈ, ਪਰ ਨਮਸਕਾਰ ਕਰਨ ਲੱਗਿਆਂ ਸਾਡੀ ਭਾਵਨਾ ਸ਼ੁੱਧ ਹੋਣੀ ਚਾਹੀਦੀ ਹੈ। ਗੁਰਬਾਣੀ ਦੇ ਵਿੱਚ ਸਤਿਗੁਰਾਂ ਨੇ ਨਮਸਕਾਰ ਦੇ ਕਈ ਰੂਪ ਬਿਆਨ ਕੀਤੇ ਨੇ। ਮੁੱਖ ਰੂਪ ਦੇ ਵਿੱਚ ਦੋ ਰੂਪ ਸਾਡੇ ਸਨਮੁਖ ਆਉਂਦੇ ਨੇ। ਇੱਕ ਡੰਡੌਤ ਬੰਦਨਾ ਹੈ ਤੇ ਇੱਕ ਦੋਵੇਂ ਹੱਥ ਜੋੜ ਕਰਕੇ ਨਮਸਕਾਰ ਕਰਨੀ, ਜਿਹਨੂੰ ਅੰਜਲੀ ਕਿਹਾ ਹੈ। ਕੀਰਤਨ ਸੋਹਲੇ ਦੀ ਬਾਣੀ ਅੰਦਰ ਚੌਥੇ ਪਾਤਸ਼ਾਹ ਦਾ ਬਚਨ ਪੜ੍ਹਦੇ ਹਾਂ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ। ਅੰਜਲੀ ਦਾ ਅਰਥ ਹੁੰਦਾ ਹੈ ਬੁੱਕ। ਵੈਸੇ ਅੰਜੁਲ ਦਾ ਅਰਥ ਬੁੱਕ, ਭਾਵ ਦੋਵੇਂ ਹੱਥਾਂ ਨੂੰ ਜੋੜਨ ਨੂੰ ਅੰਜਲੀ ਕਹਿੰਦੇ ਆ। ਦੋਵੇਂ ਹੱਥ ਜੋੜ ਕਰਕੇ ਗੁਰੂ ਅੱਗੇ ਨਮਸਕਾਰ ਕਰਨੀ ਨੂੰ ਅੰਜਲੀ ਕਹਿੰਦੇ ਨੇ। ਤੇ ਪਾਤਸ਼ਾਹ ਕਹਿ ਰਹੇ ਨੇ, ਭਾਈ ਦੋਵੇਂ ਹੱਥ ਜੋੜ ਕਰਕੇ ਵਾਹਿਗੁਰੂ ਅੱਗੇ ਨਮਸਕਾਰ ਕਰੇਗਾ ਤੇ ਪੁੰਨ ਵੱਡਾ ਹੈ, ਇਹਦਾ ਵੀ ਬੜਾ ਵੱਡਾ ਪੁੰਨ ਹੈ, ਬਹੁਤ ਵੱਡਾ ਫਲ ਹੈ। ਤੇ ਦੂਜਾ ਬਚਨ ਕਰ ਡੰਡੌਤ ਪੁੰਨ ਵੱਡਾ ਹੈ, ਡੰਡੌਤ ਬੰਦਨਾ ਕਰਨਾ ਕਰ, ਇਹਦਾ ਵੀ ਬਹੁਤ ਵੱਡਾ ਪੁੰਨ ਹੈ, ਫਲ ਹੈ। ਵੈਸੇ ਡੰਡੌਤ ਸ਼ਬਦ ਬਣਿਆ ਡੰਡੇ ਤੋਂ। ਡੰਡੇ ਵਾਂਗ ਲੰਮੇ ਪੈ ਕੇ ਸਿੱਧਾ ਗੁਰੂ ਦੇ ਅੱਗੇ ਲੰਮੇ ਪੈ ਕੇ ਨਮਸਕਾਰ ਕਰਨੀ, ਉਹਨੂੰ ਡੰਡੌਤ ਬੰਦਨਾ ਕਹਿੰਦੇ ਨੇ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖਹੁ ਪ੍ਰਭੂ,
ਨਾਨਕ ਦੇ ਕਰ ਹੱਥ। ਇੱਕ ਵਾਰ ਨਹੀਂ, ਮਹਾਰਾਜ ਕਹਿੰਦੇ ਸਾਡੀ ਤਾਂ ਡੰਡੌਤ ਬੰਧਨ ਅਨੇਕਾਂ ਵਾਰ ਹੈ। ਕਿਹਦੇ ਅੱਗੇ? ਸਰਬ ਕਲਾ ਸਮਰੱਥ, ਜੋ ਵਾਹਿਗੁਰੂ ਸਰਬ ਕਲਾ ਸਮਰੱਥ ਹੈ। ਡੋਲਣ ਤੇ ਰੱਖੋ ਪ੍ਰਭੂ, ਡੋਲਣ ਤੋਂ ਰੱਖ ਲੈਣਾ ਕਰੋ ਹੇ ਵਾਹਿਗੁਰੂ ਜੀ। ਨਾਨਕ ਦੇ ਕਰ ਹੱਥ, ਆਪਣਾ ਕਿਰਪਾ ਰੂਪੀ ਹੱਥ ਦੇ ਕਰਕੇ। ਡੰਡੌਤ ਬੰਦਨਾ ਦਾ ਅਰਥ ਵਿਦਵਾਨਾਂ ਨੇ ਇਸ ਰੂਪ ਵਿੱਚ ਵੀ ਬੜਾ ਸੁੰਦਰ ਕੀਤਾ ਹੈ। ਜਿਵੇਂ ਇੱਕ ਡੰਡਾ ਹੈ ਤੇ ਡੰਡਾ ਆਪਾਂ ਜਿਸ ਨੂੰ ਫੜਾ ਦਈਏ, ਫੜਨ ਵਾਲੇ ਦੀ ਮਰਜ਼ੀ ਹੁੰਦੀ, ਡੰਡੇ ਦੀ ਮਰਜ਼ੀ ਕੋਈ ਨਹੀਂ। ਡੰਡੇ ਨੂੰ ਫੜਨ ਵਾਲਾ ਭਾਵੇਂ ਡੰਡੇ ਨੂੰ ਧਰਤੀ ਤੇ ਰੱਖ ਦੇਵੇ, ਮੰਜੇ ਤੇ ਰੱਖ ਦੇਵੇ, ਕੰਧ ਨਾਲ ਖੜਾ ਕਰ ਦੇਵੇ, ਜਿੱਥੇ ਮਰਜ਼ੀ ਰੱਖ ਦੇਵੇ, ਉੱਥੇ ਡੰਡਾ ਟਿਕ ਜਾਂਦਾ ਹੈ, ਆਪਣੀ ਮਰਜ਼ੀ ਨਹੀਂ। ਇਸੇ ਤਰ੍ਹਾਂ ਡੰਡੌਤ ਬੰਧਨ ਦਾ ਅਸਲੀ ਅਰਥ ਵੀ ਇਹੀ ਹੈ ਕਿ ਆਪਣੇ ਆਪ ਨੂੰ ਗੁਰੂ ਨੂੰ ਸਮਰਪਿਤ ਕਰ ਦੇਣਾ ਕਿ ਜਿੱਥੇ ਰੱਖੇਗਾ ਮਹਾਰਾਜ ਉੱਥੇ ਰਵਾਂਗੇ, ਆਪਣੀ ਮਰਜ਼ੀ ਨਹੀਂ ਵਰਤਾਂਗੇ। ਦੂਸਰੇ ਅਰਥਾਂ ਵਿੱਚ ਵਿਦਵਾਨਾਂ ਨੇ ਇਹਨੂੰ ਅਸ਼ਟਾਂਗ ਬੰਦਨਾ ਵੀ ਕਿਹਾ ਹੈ। 8 ਅੰਗਾਂ ਦੁਆਰਾ ਨਮਸਕਾਰ। ਜਦੋਂ ਅਸੀਂ ਨਮਸਕਾਰ ਕਰਦੇ ਹਾਂ ਤੇ ਸਾਡੇ ਪੈਰ ਲੱਗਦੇ ਨੇ, ਗੋਡੇ ਲੱਗਦੇ ਨੇ, ਸਾਡੀਆਂ ਕੂਹਣੀਆਂ ਲੱਗਦੀਆਂ ਨੇ, ਮੱਥਾ ਤੇ ਨੱਕ ਲੱਗਦਾ ਹੈ। ਇਹ 8 ਅੰਗ ਮੰਨੇ ਹੋਏ ਵਿਦਵਾਨਾਂ ਨੇ। ਇਹਨੂੰ ਵੀ ਡੰਡੌਤ ਬੰਧਨ ਕਹਿੰਦੇ ਨੇ, ਅਸ਼ਟਾਂਗ ਬੰਧਨਾ ਵੀ ਕਹਿ ਦਿੰਦੇ। ਸੋ ਮੁੱਖ ਦੀ ਗੱਲ ਪਾਤਸ਼ਾਹ ਕਹਿੰਦੇ ਨੇ ਨਮਸਕਾਰ ਕਰਨੀ ਹੈ ਤੇ ਉਸ ਵਾਹਿਗੁਰੂ ਦੇ ਅੱਗੇ ਕਰਨੀ, ਕਿਸੇ ਹੋਰ ਦੇ ਅੱਗੇ ਨਹੀਂ। ਸ਼ਹੀਦ ਭਾਈ ਮਣੀ ਸਿੰਘ ਜੀ ਦਾ ਇੱਕ ਬੜਾ ਸੁੰਦਰ ਬਚਨ ਹੈ ਤੇ ਉਹ ਲਿਖਦੇ ਨੇ, ਸੀਸ ਨਿਵਾਇਆ ਗਿਰ ਪੜੈ ਸਭ ਪਾਪਨ ਕੀ ਪੋਟ, ਤਾਂ ਤੇ ਸੀਸ ਨਿਵਾਈਐ ਲੱਗੈ ਨ ਜਮ ਕੀ ਚੋਟ। ਜਦੋਂ ਅਸੀਂ ਗੁਰੂ ਅੱਗੇ ਸਿਰ ਨਿਵਾਉਂਦੇ ਹਾਂ ਤੇ ਪਾਪਾਂ ਦੀ ਪੰਡ ਥੱਲੇ ਡਿੱਗ ਪੈਂਦੀ ਹੈ। ਇਸ ਕਰਕੇ ਗੁਰੂ ਅੱਗੇ ਸਿਰ ਨਿਵਾਈਏ। ਤੇ ਭਾਈ ਸਾਹਿਬ ਕਹਿੰਦੇ ਜਿਹੜਾ ਗੁਰੂ ਅੱਗੇ ਸੀਸ ਨਿਵਾਉਂਦਾ ਨਾ ਭਾਵਨਾ ਦੇ ਨਾਲ, ਉਹਨੂੰ ਫਿਰ ਜਮਾਂ ਦੀ ਚੋਟ ਨਹੀਂ ਲੱਗਦੀ, ਜਮਾਂ ਦੀ ਮਾਰ ਨਹੀਂ ਪੈਂਦੀ। ਇੱਕ ਵਿਦਵਾਨ ਨੇ ਬੜਾ ਸੁੰਦਰ ਲਿਖਿਆ ਹੈ। ਉਹ ਵਿਦਵਾਨ ਲਿਖਦਾ ਹੈ, ਤੇਰੀ ਅੱਖ ਦੀ ਸਿਪ ਦਾ ਇੱਕ ਮੋਤੀ ਜੇਕਰ ਗੁਰੂ ਚਰਨਾਂ ਅੰਦਰ ਡੁੱਲ ਜਾਵੇ, ਉਹਦੀ ਮਿਹਰ ਦੀ ਨਦਰ ਦਾ ਕੁੱਲ ਸਾਗਰ ਤੇਰੇ ਇੱਕ ਕਤਰੇ ਅੰਦਰ ਘੁੱਲ ਜਾਵੇ। ਮੱਥਾ ਰਗੜ ਜਾ ਕੇ ਪਾਏ ਦਾਨ ਉੱਤੇ, ਤੇਰਾ ਦੇਖ ਸਿਜਦਾ ਪੈ ਮੁੱਲ ਜਾਵੇ। ਤੇਰੇ ਮੱਥੇ ਦੀ ਰੇਖਾ ਦਾ ਬੰਦ ਬੂਹਾ ਮੱਤਾਂ ਖੁੱਲ੍ਹਦਿਆਂ ਖੁੱਲ੍ਹਦਿਆਂ ਖੁੱਲ੍ਹ ਜਾਵੇ। ਗੁਰੂ ਦੇ ਦਰ ਦੇ ਉੱਪਰ ਜਾ ਕਰਕੇ ਮੱਥਾ ਰਗੜ ਤੇ ਜਿਹੜੀਆਂ ਤੇਰੀਆਂ ਮੱਥੇ ਦੀਆਂ ਰੇਖਾ ਬੰਦ ਹੋਈਆਂ ਨਾ ਸੱਜਣਾ, ਉਹ ਖੁੱਲ੍ਹ ਜਾਣਗੀਆਂ, ਭਾਵ ਗੁਰੂ ਦੀ ਬਖਸ਼ਿਸ਼ ਹੋਵੇਗੀ। ਹੁਣ ਨਮਸਕਾਰ ਕਿਉਂ ਕਰਨੀ ਹੈ? ਵੈਸੇ ਤੇ ਬਹੁਤੇ ਲੋਕ ਅਜੋਕੇ ਸਮੇਂ ਵਿੱਚ ਇਸ ਨੂੰ ਵੀ ਨਕਾਰੀ ਜਾ ਰਹੇ ਨੇ ਕਿ ਮੱਥਾ ਟੇਕਣ ਦੀ ਲੋੜ ਨਹੀਂ। ਗੁਰੂ ਦੇ ਚਰਨਾਂ ਵਿੱਚ ਮੱਥਾ ਕਿਉਂ ਟੇਕਣਾ ਹੈ? ਕਿਉਂਕਿ ਜਦੋਂ ਅਸੀਂ ਆਪਣਾ ਸਿਰ ਗੁਰੂ ਦੇ ਚਰਨਾਂ ਵਿੱਚ ਭਾਵਨਾ ਨਾਲ ਰੱਖਦੇ ਹਾਂ ਤੇ ਗੁਰੂ ਐਸੀ ਬਖਸ਼ਿਸ਼ ਕਰਦਾ ਹੈ ਕਿ ਜਿਹੜੇ ਸਾਡੇ ਮੱਥੇ ਦੇ ਪੁੱਠੇ ਲੇਖ ਨੇ ਉਹ ਵੀ ਸਿੱਧੇ ਕਰ ਦਿੰਦਾ ਹੈ। ਇਤਿਹਾਸ ਵਿੱਚੋਂ ਪੜ੍ਹਨਾ ਕਰੀਏ ਤੇ ਜ਼ਿਕਰ ਮਿਲਦਾ ਹੈ, ਇੱਕ ਵਾਰ ਕਾਜੀ ਸਲਾਰਦੀਨ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਆਇਆ, ਨਮਸਕਾਰ ਕਰਕੇ ਬੈਠ ਗਿਆ। ਸੰਗਤਾਂ ਆ ਰਹੀਆਂ ਨੇ, ਜਾ ਰਹੀਆਂ ਨੇ, ਗੁਰੂ ਚਰਨਾਂ ਵਿੱਚ ਨਤਮਸਤਕ ਹੁੰਦੀਆਂ ਨੇ।
ਕਾਜੀ ਸਲਾਰਦੀਨ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੇ ਤਾਂ ਤੁਹਾਡੇ ਚਰਨਾਂ 'ਤੇ ਮੱਥਾ ਟੇਕਣ ਦੇ ਨਾਲ ਲੇਖ ਮਿਟ ਜਾਂਦੇ ਨੇ, ਫਿਰ ਤਾਂ ਇਹ ਪਰਮੇਸ਼ਰ ਦੇ ਭਾਣੇ ਵਿੱਚ ਦਖਲ ਹੈ, ਤੇ ਜੇ ਤੁਹਾਡੇ ਚਰਨਾਂ ਵਿੱਚ ਮੱਥਾ ਟੇਕਣ ਨਾਲ ਲੇਖ ਬਦਲਦੇ ਨਹੀਂ ਤੇ ਫਿਰ ਮੱਥਾ ਟੇਕਣ ਦਾ ਲਾਭ ਕੀ? ਸਵਾਲ ਕੀਤਾ। ਕਲਗੀਧਰ ਪਾਤਸ਼ਾਹ ਜੀ ਨੇ ਭਾਈ ਆਲਮ ਸਿੰਘ ਨੂੰ ਹੁਕਮ ਲਾਇਆ ਕਿ ਜਾਓ ਸਾਡੇ ਖਜ਼ਾਨੇ ਵਿੱਚੋਂ, ਤੋਸ਼ੇਖਾਨੇ ਵਿੱਚੋਂ ਮੋਹਰ ਲੈ ਕੇ ਆਓ, ਸਿਆਹੀ ਤੇ ਕਾਗਜ਼ ਲੈ ਕਰਕੇ ਆਓ। ਮੋਹਰ ਲਿਆਂਦੀ ਗਈ, ਸਿਆਹੀ ਕਾਗਜ਼ ਲਿਆਂਦਾ। ਸਤਿਗੁਰੂ ਜੀ ਨੇ ਮੋਹਰ ਕਾਜੀ ਸਲਾਰਦੀਨ ਦੇ ਸਾਹਮਣੇ ਕੀਤੀ, ਕਹਿਣ ਲੱਗੇ ਪੜ੍ਹੋ ਹਾਂ ਕਾਜੀ ਸਾਹਿਬ ਕੀ ਲਿਖਿਆ ਹੈ। ਕਹਿਣ ਲੱਗਾ ਮਹਾਰਾਜ ਇਹਦੇ ਤਾਂ ਅੱਖਰ ਪੁੱਠੇ ਨੇ। ਸਤਿਗੁਰਾਂ ਨੇ ਸਿਆਹੀ ਨਾਲ ਲਬੇੜ ਕਰਕੇ ਕਾਗਜ਼ ਤੇ ਮੋਹਰ ਲਾਈ ਤੇ ਪਾਤਸ਼ਾਹ ਕਹਿਣ ਲੱਗੇ ਨੇ ਹੁਣ ਪੜ੍ਹੋ ਹਾਂ, ਤੇ ਝਾਟੀ ਕਾਜੀ ਨੇ ਪੜ੍ਹ ਦਿੱਤਾ ਹੈ, ਦੇਗ ਤੇਗ ਫਤਿਹ ਨੁਸਰਤ ਬੇਦ ਰੰਗ ਜਾਫਤ ਅੱਜ ਗੁਰੂ ਗੋਬਿੰਦ ਸਿੰਘ ਸ੍ਰੀ ਅਕਾਲ ਜੀ ਸਹਾਇ। ਇਹ ਮੋਹਰ ਦੇ ਅੱਖਰ ਸਨ। ਝਾਟੀ ਪੜ੍ਹ ਦਿੱਤੇ। ਮਾਰੇ ਕਹਿੰਦੇ ਹੁਣ ਕਿਵੇਂ ਪੜ੍ਹੇ ਗਏ? ਕਹਿਣ ਲੱਗਾ ਮਹਾਰਾਜ ਹੁਣ ਅੱਖਰ ਸਿੱਧੇ ਹੋ ਗਏ। ਕਿਵੇਂ ਸਿੱਧੇ ਹੋਏ? ਮਹਾਰਾਜ ਜਦੋਂ ਕਾਗਜ਼ ਤੇ ਲੱਗ ਗਈ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜਿਹਦੇ ਲੇਖ ਪੁੱਠੇ ਹੁੰਦੇ ਨਾ, ਜਦੋਂ ਉਹ ਮੋਹਰ ਵਾਂਗੂ ਗੁਰੂ ਦੇ ਚਰਨਾਂ ਵਿੱਚ ਝੁਕ ਜਾਂਦਾ ਨਾ, ਉਦੋਂ ਲੇਖ ਬਦਲ ਜਾਂਦੇ ਨੇ। ਮੋਹਰ ਜਿੰਨਾ ਚਿਰ ਝੁਕੀ ਨਹੀਂ ਸੀ ਉਹਨਾਂ ਚਿਰ ਉਹਦੇ ਅੱਖਰ ਪੁੱਠੇ ਨੇ, ਪਰ ਜਦੋਂ ਮੋਹਰ ਝੁਕ ਗਈ, ਕਾਗਜ਼ ਤੇ ਆਪਣਾ ਸਿਰ ਲਾ ਦਿੱਤਾ ਤੇ ਉਹਦੇ ਅੱਖਰ ਬਦਲ ਗਏ। ਇਸੇ ਤਰ੍ਹਾਂ ਜਿਹੜਾ ਸਿੱਖ ਗੁਰੂ ਦੇ ਚਰਨਾਂ ਵਿੱਚ ਆਪਣਾ ਸਿਰ ਰੱਖ ਦਿੰਦਾ ਹੈ, ਉਹਦੇ ਵੀ ਲੇਖ ਸਿੱਧੇ ਹੋ ਜਾਂਦੇ ਨੇ। ਨਮਸਕਾਰ ਕਰਨ ਦਾ ਹੁਕਮ ਸਾਨੂੰ ਗੁਰੂ ਨੇ ਕੀਤਾ, ਪਰ ਗੁਰੂ ਅੱਗੇ, ਪਰਮੇਸ਼ਰ ਅੱਗੇ ਸਤਿਗੁਰਾਂ ਤੋਂ ਬਲਿਹਾਰ ਜਾਈਏ। ਸਤਿਗੁਰੂ ਨੇ ਜੋ ਸਾਨੂੰ ਨਿਤਨੇਮ ਦੀ ਬਖਸ਼ਿਸ਼ ਕੀਤੀ ਹੈ ਨਾ, ਪੰਜਾਂ ਬਾਣੀਆਂ ਦਾ ਨਿਤਨੇਮ, ਅੰਮ੍ਰਿਤ ਵੇਲੇ, ਸ਼ਾਮ ਨੂੰ ਸੂਰਜ ਡੁੱਬਣ ਤੋਂ ਬਾਅਦ ਰਹਿਰਾਸ ਦਾ ਪਾਠ, ਸੌਣ ਵੇਲੇ ਕੀਰਤਨ ਸੁਹੇਲਾ, 7 ਬਾਣੀਆਂ। ਤੇ ਗੁਰੂ ਪਿਆਰ ਵਾਲਿਓ ਸਾਡੇ ਤੇ ਬਖਸ਼ਿਸ਼ ਕੀਤੀ ਹੈ। ਪਹਿਲੀ ਬਾਣੀ ਜਪਜੀ ਸਾਹਿਬ ਪੜ੍ਹਦੇ ਹਾਂ ਤੇ ਦੂਜੀ ਬਾਣੀ ਜਾਪ ਸਾਹਿਬ ਹੈ, ਜਿਹਦੇ ਵਿੱਚ ਮਹਾਰਾਜ ਨੇ ਨਮਸਕਾਰਾਂ ਹੀ ਕੀਤੀਆਂ ਨੇ। ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤੰ ਅਰੂਪੇ, ਨਮਸਤੰ ਅਨੂਪੇ, ਨਮਸਤੰ ਅਪੇਖੇ, ਨਮਸਤੰ ਅਲੇਖੇ, ਨਮਸਤੰ ਅਕਾਏ, ਨਮਸਤੰ ਅਜਾਏ। ਇਹ ਸਾਰੀਆਂ ਨਮਸਕਾਰਾਂ ਨੇ। ਮਹਾਰਾਜ ਕਹਿਣ ਲੱਗੇ ਵੀ ਜਦੋਂ ਮੇਰਾ ਸਿੱਖ ਜਾਪ ਸਾਹਿਬ ਪੜ੍ਹਿਆ ਕਰੇਗਾ ਨਾ, ਇਹ ਵਾਹਿਗੁਰੂ ਅੱਗੇ ਨਮਸਕਾਰਾਂ ਹੋਣਗੀਆਂ। ਤੇ ਜਿਹੜੇ ਅੱਜ ਵੀਰ ਕਹਿ ਦਿੰਦੇ ਜੀ ਇਹ ਦਸਮ ਗ੍ਰੰਥ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਨਹੀਂ, ਉਹਨਾਂ ਨੂੰ ਪੁੱਛੋ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਮਹਾਰਾਜ ਕਹਿੰਦੇ ਡੰਡਾਉਤ, ਬੰਦਨ, ਅਣਕ ਬਾਰ, ਅਨੇਕਾਂ ਵਾਰ ਸਾਡੀ ਨਮਸਕਾਰ ਹੈ, ਤੇ ਮਹਾਰਾਜ ਨੇ ਵੀ ਅਨੇਕਾਂ ਵਾਰ ਕਰਕੇ ਵਿਖਾਈ। ਸੋ ਜਾਪ ਸਾਹਿਬ ਦੀ ਬਾਣੀ ਵਾਰ-ਵਾਰ ਸਤਿਗੁਰਾਂ ਦੇ ਚਰਨਾਂ ਵਿੱਚ ਨਮਸਕਾਰ ਕਰਨ ਵਾਸਤੇ ਹੈ। ਜੇ ਅਸੀਂ ਗੁਰੂ ਨੂੰ ਮੱਥਾ ਨਹੀਂ ਟੇਕਦੇ, ਸੀਸ ਨਹੀਂ ਝੁਕਾਉਂਦੇ, ਫਿਰ ਸਾਡਾ ਨੁਕਸਾਨ ਕੀ ਹੁੰਦਾ ਹੈ? ਉਹ ਸਿਰ ਦਾ ਲਾਭ ਕੀ ਹੈ? ਗੁਰਬਾਣੀ ਵਿੱਚੋਂ ਹੀ ਪ੍ਰਮਾਣ ਤੁਹਾਡੇ ਸਨਮੁਖ ਰੱਖਣਾ ਚਾਹਣਾ। ਬਾਬਾ ਫਰੀਦ ਜੀ ਦਾ ਪਾਵਨ ਬਚਨ ਪੜ੍ਹਦੇ ਹਾਂ। ਫਰੀਦਾ ਉੱਠ ਫਰੀਦਾ ਉਜੂ ਸਾਜ, ਸੁਬਹੇ ਨਵਾਜ ਗੁਜ਼ਾਰ, ਜੋ ਸਿਰ ਸਾਈਂ ਨਾ ਨਿਵੈ, ਸੋ ਸਿਰ ਕੱਪ ਉਤਾਰ। ਬਾਬਾ ਫਰੀਦ ਜੀ ਕਹਿੰਦੇ ਨੇ ਅੰਮ੍ਰਿਤ ਵੇਲੇ ਉੱਠ ਤੇ ਨਵਾਜ਼ ਪੜ੍ਹ। ਜਿਹੜਾ ਸਿਰ ਮਾਲਕ ਦੇ ਅੱਗੇ ਝੁਕਦਾ ਨਹੀਂ, ਬਾਬਾ ਫਰੀਦ ਜੀ ਕਹਿੰਦੇ ਉਹਨੂੰ ਕੱਪ ਕੇ ਪਾਸੇ ਸੁੱਟ ਦੇ। ਕੱਪ ਕੇ ਭਾਵ ਆਮ ਪੰਜਾਬੀ ਦਾ ਸ਼ਬਦ ਆਪਾਂ ਵੱਢਣ ਨੂੰ ਕਹਿੰਦੇ ਫਲਾਣੇ ਨੇ ਕੱਪ ਤਾਈ। ਸੋ ਇਉਂ ਕੱਪਣ ਤੋਂ ਭਾਵ ਵੱਢਣਾ।
ਉਹ ਸਿਰ ਲਾ ਕੇ ਸੁੱਟਦੇ, ਜਿਹੜਾ ਸਿਰ ਵਾਹਿਗੁਰੂ ਅੱਗੇ ਝੁਕਦਾ ਨਹੀਂ ਗਾ। ਤੇ ਦੂਜਾ ਬਚਨ ਕੀਤਾ ਸੀ, ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੀਜੈ ਕਾਏ। ਜਿਹੜਾ ਸਿਰ ਵਾਹਿਗੁਰੂ ਅੱਗੇ ਝੁਕਦਾ ਨਹੀਂ, ਉਹ ਸਿਰ ਦਾ ਕਰਨਾ ਵੀ ਕੀ ਹੈ। ਕੁੰਨੇ ਹੇਠ ਜਲਾਈਐ ਬਾਲੜ ਸੰਦੈ ਥਾਏ। ਬਾਬਾ ਫਰੀਦ ਜੀ ਕਹਿੰਦੇ ਜਿਹੜਾ ਸਿਰ ਵਾਹਿਗੁਰੂ ਅੱਗੇ ਨਹੀਂ ਝੁਕਦਾ, ਉਹਨੂੰ ਤਾਂ ਕੁੰਨੇ ਦੇ ਥੱਲੇ, ਪੁਰਾਣੇ ਸਮੇਂ ਵਿੱਚ ਸੋ ਤੌੜੀਆਂ ਹੁੰਦੀਆਂ ਸੀ ਜਿਨ੍ਹਾਂ 'ਚ ਬੀਬੀਆਂ ਸਾਗ ਧਰਦੀਆਂ ਹੁੰਦੀਆਂ, ਸਾਰੀ ਦਿਹਾੜੀ ਚੁੱਲ੍ਹੇ ਦੇ ਉੱਪਰ ਉਹ ਤੌੜੀ ਪਈ ਰਹਿਣੀ, ਥੱਲੇ ਮੱਠੀ ਮੱਠੀ ਅੱਗ ਬਲਦੀ ਰਹਿਣੀ, ਰਿੱਝਦਾ ਰਹਿਣਾ। ਕਹਿੰਦੇ ਉਸ ਚੁੱਲ੍ਹੇ ਦੇ ਵਿੱਚ ਸਿਰ ਨੂੰ ਡਾਹ ਦੇਣਾ ਚਾਹੀਦਾ, ਸਾੜ ਦੇਣਾ ਚਾਹੀਦਾ ਬਾਲਣ ਦੀ ਥਾਂ 'ਤੇ, ਜਿਹੜਾ ਸਿਰ ਵਾਹਿਗੁਰੂ ਅੱਗੇ ਝੁਕਦਾ ਨਹੀਂ। ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ ਪੁੱਛੀਏ ਤੇ ਗੁਰੂ ਅੰਗਦ ਸਾਹਿਬ ਜੀ ਕਿਰਪਾ ਕਰਦੇ ਨੇ। ਮਹੱਲਾ ਦੂਜਾ, ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਦੀਜੈ ਡਾਰ। ਹਿੰਦੀ ਦਾ ਸ਼ਬਦ ਹੈ ਡਾਰ, ਹਿੰਦੀ ਵਿੱਚ ਡਾਰ ਕਹਿੰਦੇ ਨੇ ਸੁੱਟਣ ਨੂੰ। ਮਾਰੇ ਕਹਿੰਦੇ ਜਿਹੜਾ ਸਿਰ ਆਪਣੇ ਮਾਲਕ ਵਾਹਿਗੁਰੂ ਅੱਗੇ ਝੁਕਦਾ ਨਹੀਂ, ਉਹਨੂੰ ਤਾਂ ਪਾਸੇ ਸੁੱਟ, ਉਹਦਾ ਕੀ ਕਰਨਾ ਹੈ। ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ। ਕਹਿੰਦੇ ਜਿਹੜੇ ਸਰੀਰ ਰੂਪੀ ਪਿੰਜਰ ਵਿੱਚ ਪਰਮੇਸ਼ਰ ਦੇ ਵਿਛੋੜੇ ਦਾ ਅਹਿਸਾਸ ਹੀ ਨਹੀਂ, ਉਹ ਪਿੰਜਰ ਵੀ ਸਾੜ ਦਿਓ, ਸਰੀਰ ਵੀ ਸਾੜ ਦਿਓ। ਸਰੀਰ ਦਾ ਲਾਭ ਕੀ ਹੈ, ਜਿਹਨੂੰ ਇੰਨਾ ਹੀ ਨਹੀਂ ਪਤਾ ਲੱਗਾ ਕਿ ਮੈਂ ਲੈਣ ਕੀ ਆਇਆ ਤੇ ਇਹ ਜੀਵਨ ਕਿਉਂ ਮਿਲਿਆ ਹੈ, ਜਿਹਨੂੰ ਅਹਿਸਾਸ ਹੀ ਨਹੀਂ ਹੋਇਆ ਕਿ ਮੈਂ ਪਰਮੇਸ਼ਰ ਤੋਂ ਵਿਛੜਿਆ ਹੋਇਆ। ਕਿਉਂਕਿ ਪਾਤਸ਼ਾਹ ਕਹਿੰਦੇ ਨੇ, ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ, ਜੋ ਜਾਏ ਲੱਗਾ ਗੁਰ ਪੈਰੇ ਰਾਮ। ਉਹ ਸਿਰ ਭਲਾ ਹੈ, ਪਵਿੱਤਰ ਹੈ, ਪਾਵਨ ਹੈ, ਜਿਹੜਾ ਗੁਰੂ ਦੇ ਚਰਨੀ ਜਾ ਕੇ ਲੱਗਦਾ ਹੈ। ਪਾਵ ਸੁਹਾਵੇ ਜਾਂ ਤਉ ਧਿਰ ਜੁਲਦੇ, ਸੀਸ ਸੁਹਾਵਾ ਚਰਣੀ। ਮੁਖ ਸੁਹਾਵਾ ਜਾਂ ਤਉ ਜਸ ਗਾਵੈ, ਜੀਉ ਪਿਆ ਤਉ ਸਰਣੀ। ਸਿਰ ਉਹ ਸੋਭਾ ਪਾਉਂਦਾ ਹੈ ਜਿਹੜਾ ਗੁਰੂ ਦੇ ਚਰਨਾਂ ਵਿੱਚ ਆ ਕਰਕੇ ਝੁਕਦਾ ਹੈ। ਜਿਹੜਾ ਥਾਂ ਥਾਂ ਸਿਰ ਝੁਕਦਾ ਹੈ ਉਹ ਸੋਭਾ ਨਹੀਂ ਪਾਉਂਦਾ। ਅੱਜ ਇਹ ਸਿਰ ਇੱਕ ਥਾਂ ਤੇ ਝੁਕਦਾ ਨਹੀਂ, ਥਾਂ ਥਾਂ ਤੇ ਝੁਕਦਾ ਪਿਆ ਹੈ। ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੇ ਰੰਨੇ ਦੀ, ਢੋਲ ਢਮੱਕਾ ਸਰਵਰ ਦਾ ਬਣਿਆ ਹੋਇਆ ਹੈ। ਜਿੱਥੇ ਕਬਰ ਦੇਖਦਾ ਉੱਥੇ ਹੀ ਝੁਕ ਜਾਂਦਾ ਹੈ, ਜਿੱਥੇ ਜਗ੍ਹਾ ਦੇਖਦਾ ਉੱਥੇ ਹੀ ਝੁਕ ਜਾਂਦਾ ਹੈ। ਨਹੀਂ, ਇਹ ਸਿਰ ਤਾਂ ਕੇਵਲ ਗੁਰੂ ਅੱਗੇ ਝੁਕਣਾ ਚਾਹੀਦਾ ਹੈ। ਜੇ ਪੁਰਾਤਨ ਸਿੱਖਾਂ ਦਾ ਜੀਵਨ ਪੜ੍ਹ ਕਰਕੇ ਵੇਖ ਲਓ, ਗੁਰੂ ਤੋਂ ਬਿਨਾਂ ਕਿਸੇ ਅੱਗੇ ਸਰੀਰ, ਇਹ ਸਿਰ ਨਹੀਂ ਝੁਕਿਆ। ਜਿਨ੍ਹੇ ਝੁਕਾਉਣ ਦਾ ਯਤਨ ਕੀਤਾ, ਆਪਣਾ ਸਿਰ ਤਾਂ ਸਿੱਖ ਨੇ ਲਵਾ ਲਿਆ, ਪਰ ਸਿਰ ਨਹੀਂ ਝੁਕਿਆ। ਨਹੀਂ ਝੁਕਦਾ ਗੁਰੂ ਕੇ ਸਿੱਖ ਦਾ ਸਿਰ, ਕੇਵਲ ਗੁਰੂ ਅੱਗੇ ਝੁਕਦਾ ਹੈ। ਤੇ ਪਾਤਸ਼ਾਹ ਜੀ ਫਰਮਾਉਂਦੇ ਨੇ, ਬੰਦਨਾ ਹਰ ਬੰਦਨਾ। ਭਾਈ ਨਮਸਕਾਰ ਕਰਨੇ ਆ, ਤੇ ਉਹ ਜੋ ਹਰੀ ਵਾਹਿਗੁਰੂ ਬੰਦਨ ਕਰਨ ਯੋਗ ਹੈ, ਨਮਸਕਾਰ ਕਰਨ ਯੋਗ ਹੈ, ਉਹਦੇ ਅੱਗੇ ਨਮਸਕਾਰ ਕਰ। ਜਿਵੇਂ ਭਾਈ ਗੁਰਦਾਸ ਜੀ ਲਿਖਦੇ ਨੇ, ਨਮਸਕਾਰ ਗੁਰਦੇਵ ਕੋ ਸਤਿਨਾਮ ਜਿਸ ਮੰਤਰ ਸੁਨਾਇਆ। ਕਹਿੰਦੇ ਉਸ ਗੁਰਦੇਵ ਮਾਲਕ ਨੂੰ ਸਾਡੀ ਨਮਸਕਾਰ ਹੈ, ਜਿਨੇ ਸਤਿਨਾਮ ਵਾਹਿਗੁਰੂ ਸਾਨੂੰ ਬਖਸ਼ਿਸ਼ ਕੀਤਾ ਹੈ, ਐਸਾ ਉਪਦੇਸ਼ ਸਰਵਣ ਕਰਵਾਇਆ ਹੈ। ਭਾਈ ਉਹਦੇ ਅੱਗੇ ਨਮਸਕਾਰ ਕਰ। ਦੂਸਰਾ ਅਰਥ ਵਿਦਵਾਨਾਂ ਨੇ ਇਹ ਵੀ ਕੀਤਾ ਹੈ ਕਿ ਬੰਦਨਾ ਹਰ ਬੰਦ ਨਾ। ਉਸ ਵਾਹਿਗੁਰੂ ਦੇ ਅੱਗੇ ਭਾਈ ਨਮਸਕਾਰ ਕਰੋਗੇ, ਫਿਰ ਕੋਈ ਬੰਧਨ ਨਹੀਂ ਪਵੇਗਾ। ਸਾਰੇ ਬੰਧਨ ਜਿਹੜੇ ਆ, ਹਰ ਨਾਮ ਹਰਨ ਦਾ, ਨਾਸ ਕਰਨ ਦਾ, ਸਾਰੇ ਬੰਧਨ ਉਹਦੇ ਨਾਸ ਹੋ ਜਾਂਦੇ ਨੇ, ਕੱਟੇ ਜਾਂਦੇ ਨੇ, ਜਿਹੜਾ ਵਾਹਿਗੁਰੂ ਅੱਗੇ ਨਮਸਕਾਰ ਕਰਦਾ। ਫਿਰ ਪਾਤਸ਼ਾਹ ਜੀ ਇਹ ਗੱਲ ਤਾਂ ਸਮਝ ਪੈ ਗਈ ਕਿ ਨਮਸਕਾਰ ਉਸ ਵਾਹਿਗੁਰੂ ਅੱਗੇ ਕਰਨੀ ਹੈ। ਤੇ ਗੁਣ ਕਿਸ ਦੇ ਗਾਉਣੇ ਆ? ਤਾਂ ਪਾਤਸ਼ਾਹ ਜੀ ਬਚਨ ਕਰਦੇ ਨੇ, ਗੁਣ ਗਾਵਹੋ ਗੋਪਾਲ ਰਾਏ। ਗੁਣ ਵੀ ਉਸ ਦੇ ਗਾਉਣੇ ਆ ਜੋ ਗੋ ਨਾਮ ਧਰਤੀ ਦਾ, ਪਾਲ ਨਾਮ ਪਾਲਣ ਦਾ, ਜੋ ਸਾਰੀ ਸ੍ਰਿਸ਼ਟੀ ਨੂੰ ਪਾਲਣ ਵਾਲਾ ਰਾਏ, ਰਾਜਾ ਸਰੂਪ ਵਾਹਿਗੁਰੂ ਪਰਮੇਸ਼ਰ ਹੈ। ਭਾਈ ਉਸ ਵਾਹਿਗੁਰੂ ਦੇ ਗੁਣ ਗਾਉਣੇ, ਉਸ ਤੋਂ ਬਿਨਾਂ ਕਿਸੇ ਹੋਰ ਦੇ ਗੁਣ ਨਹੀਂ ਗਾਉਣੇ। ਬਾਕੀ ਜਿਹੜੇ ਬੰਦੇ ਦੇ ਗੁਣ ਹੈ,
ਉਹ ਛੇਤੀ ਮੁੱਕ ਜਾਂਦੇ ਆ। ਕੋਈ ਵੀ ਚੰਗੇ ਤੋਂ ਚੰਗਾ ਵੀ ਬੰਦਾ ਹੋਵੇ, ਆਪਾਂ ਕਹਿੰਦੇ ਆ ਫਲਾਨਾ ਬੰਦਾ ਬੜਾ ਚੰਗਾ, ਇਹਦਾ ਸੁਭਾਅ ਬੜਾ ਚੰਗਾ ਹੈ, ਸੋ ਇਹਦਾ ਰਹਿਣ ਸਹਿਣ ਬੜਾ ਚੰਗਾ ਹੈ, ਹੋਰ 5-7 ਗੱਲਾਂ ਕਰਦੇ ਆ ਤੇ ਕਹਾਣੀ ਖਤਮ ਹੋ ਜਾਂਦੀ ਹੈ। ਕਿਸੇ ਦੇਸ਼ ਦੀ ਗੱਲ ਕਰਨੀ ਹੋਵੇ ਤੇ ਆਪਾਂ 5-7 ਬਚਨ ਕਰਦੇ ਆ, ਫਲਾਨੇ ਦੇਸ਼ ਦੀ ਸੱਭਿਅਤਾ ਬਹੁਤ ਵਧੀਆ, ਦੇਸ਼ ਦੇ ਵਿੱਚ ਪਹਾੜ ਬੜੇ ਸੁੰਦਰ ਨੇ, ਰੁੱਖ ਬੜੇ ਸੁੰਦਰ ਲੱਗੇ ਨੇ, ਦੇਸ਼ ਦਾ ਕਾਨੂੰਨ ਬਹੁਤ ਵਧੀਆ ਹੈ। 5-7 ਗੱਲਾਂ ਹੋਰ ਕਰਾਂਗੇ ਤੇ ਦੇਸ਼ ਦੇ ਵੀ ਗੁਣ ਖਤਮ ਹੋ ਜਾਣੇ ਆ। ਇਸੇ ਤਰ੍ਹਾਂ ਹੋਰ ਲਾ ਲਓ ਵੀ ਕਿਸੇ ਜਾਨਵਰ ਦੇ ਵੱਖਰੇ ਵੱਖਰੇ ਗੁਣ ਲੋਕ ਗਾਉਂਦੇ ਆ ਨਾ, ਸੋ ਪਰ ਉਹ ਗਿਣਤੀ ਵਿੱਚ ਨੇ। ਪਰ ਪਰਮੇਸ਼ਰ ਦੇ ਗੁਣ ਜਿੰਨੇ ਗਾਵਾਂਗੇ ਉਹ ਮੁੱਕਣੇ ਨਹੀਂਗੇ। ਪਹਿਲੀ ਗੱਲ ਤੇ ਪੂਰਨ ਰੂਪ ਵਿੱਚ ਆਪਾਂ ਗਾ ਹੀ ਨਹੀਂ ਸਕਦੇ। ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੈ ਗੁਣ ਤੇਰੇ, ਵੀ ਕੌਣ ਉਹਦੇ ਗੁਣ ਜਾਣ ਸਕਦਾ। ਪਰ ਇਹਦਾ ਅਰਥ ਇਹ ਨਹੀਂ ਲੈ ਲੈਣਾ ਵੀ ਉਹਦੇ ਗੁਣ ਨਹੀਂ ਜਾਣ ਸਕਦੇ ਤੇ ਗਾਉਣੇ ਛੱਡ ਦਈਏ, ਨਹੀਂ। ਮਹਾਰਾਜ ਕਹਿੰਦੇ ਅੰਤ ਨਹੀਂ ਪਾ ਸਕਦੇ, ਪਰ ਗੁਣ ਗਾ ਕਰਕੇ ਗਾਵਤੇ ਉਧ ਰਹੇ, ਸੁਣਤੇ ਉਧ ਰਹੇ, ਬਿਨ ਸਹਿ ਪਾਪ ਘਨੇਰੇ। ਗਾਉਣ ਵਾਲੇ ਵੀ ਤਰ ਜਾਂਦੇ ਨੇ, ਸੁਣਨ ਵਾਲੇ ਵੀ ਤਰ ਜਾਂਦੇ ਨੇ, ਸਾਰੇ ਪਾਪ ਕੱਟੇ ਜਾਂਦੇ ਨੇ ਜਿਹੜਾ ਵਾਹਿਗੁਰੂ ਦੇ ਗੁਣ ਗਾਉਂਦਾ, ਪਰਮੇਸ਼ਰ ਦੇ ਗੁਣ ਗਾਉਂਦਾ। ਮਹਾਰਾਜ ਫਰਮਾਉਂਦੇ ਨੇ, ਹੇ ਭਾਈ ਨਮਸਕਾਰ ਕਰਨੀ ਹੈ ਤੇ ਉਸ ਵਾਹਿਗੁਰੂ ਅੱਗੇ ਕਰ, ਜਣੇ ਖਣੇ ਅੱਗੇ ਨਾ ਝੁਕ। ਜਣੇ ਖਣੇ ਅੱਗੇ ਨਮਸਕਾਰ ਨਹੀਂ ਕਰਨੀ, ਮੜੀਆਂ ਮਸਾਣਾ ਕਬਰਾਂ ਦੰਬੀਆਂ ਪਖੰਡੀਆਂ ਅੱਗੇ ਨਹੀਂ ਨਮਸਕਾਰਾਂ ਕਰਨੀਆਂ, ਉਸ ਵਾਹਿਗੁਰੂ ਅੱਗੇ ਕਰਨੀ ਹੈ ਤੇ ਕਰਨੀ ਵੀ ਭਾਵਨਾ ਨਾਲ। ਦੂਜਾ ਪੱਖ ਵੀ ਮਹਾਰਾਜ ਨੇ ਬਿਆਨ ਕੀਤਾ ਹੈ ਕਿ ਇੱਕ ਗੁਰਦੁਆਰੇ ਵੀ ਐਸੇ ਲੋਕ ਆਉਂਦੇ ਆ ਜਿਹੜੇ ਨਮਸਕਾਰ ਤਾਂ ਕਰਦੇ ਨੇ ਪਰ ਉਹਨਾਂ ਦੀ ਭਾਵਨਾ ਸ਼ੁੱਧ ਨਹੀਂ ਹੁੰਦੀ। ਤੇ ਮਹਾਰਾਜ ਕਹਿੰਦੇ ਐਸੀ ਨਮਸਕਾਰ ਦਾ ਲਾਭ ਹੋਈ ਕੋਈ ਵੀ। ਅਸੀਂ ਆਸਾ ਕੀ ਵਾਰ ਵਿੱਚੋਂ ਬਚਨ ਪੜ੍ਹਦੇ ਹਾਂ, ਮਹਾਰਾਜ ਕਹਿੰਦੇ ਨੇ ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹੇ। ਇੱਥੇ ਅਪਰਾਧੀ ਦਾ ਅਰਥ ਹੈ ਸ਼ਿਕਾਰੀ, ਸ਼ਿਕਾਰੀ ਦਿਉਣਾ ਨਿਉਂਦਾ ਹੈ, ਜਿਹੜਾ ਹਰਨ ਨੂੰ ਮਾਰਨ ਵਾਲਾ। ਮਿਰਗਾਹੇ ਹਰਨ ਨੂੰ ਕਹਿੰਦੇ ਨੇ, ਹੰਤਾ ਮਾਰਨ ਵਾਲਾ। ਜਿਹੜਾ ਹਰਨ ਨੂੰ ਮਾਰਨ ਵਾਲਾ ਸ਼ਿਕਾਰੀ ਹੈ ਨਾ, ਉਹ ਦੂਣਾ ਨਿਉਂਦਾ ਹੈ, ਕਿਉਂਕਿ ਬੰਦੇ ਦਾ ਕੱਦ ਹਰਨ ਨਾਲੋਂ ਉੱਚਾ ਹੈ। ਜੇ ਉਹ ਖੜਾ ਖਲੋਤਾ ਤੀਰ ਚਲਾਵੇਗਾ ਤੇ ਨਿਸ਼ਾਨੇ 'ਤੇ ਨਹੀਂ ਲੱਗੇਗਾ, ਉਹਨੂੰ ਨਿਉਂ ਕਰਕੇ ਬਰਾਬਰੀ ਕਰਨੀ ਪੈਂਦੀ। ਮਹਾਰਾਜ ਕਹਿੰਦੇ ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹੇ, ਕਹਿੰਦੇ ਸ਼ਿਕਾਰੀ ਦੂਣਾ ਨਿਉਂਦਾ ਹੈ ਜਿਹੜਾ ਹਰਨ ਨੂੰ ਮਾਰਨ ਵਾਲਾ ਹੈ। ਪਰ ਮਹਾਰਾਜ ਅਗਲਾ ਬਚਨ ਕਰਦੇ ਨੇ, ਸੀਸ ਨਵਾਇਆ ਕਿਆ ਥੀਆ ਜਾਂ ਹਿਰਦਾ ਇੱਕ ਸੁੱਧੇ ਜਾਹੇ। ਤੇਰਾ ਸਿਰ ਨਵਾਇਆ ਕੀ ਕਰੇਗਾ ਜੇ ਤੇਰਾ ਹਿਰਦਾ ਹੀ ਪੁੱਠੇ ਪਾਸੇ ਜਾਂਦਾ। ਜੇ ਤੂੰ ਵਡਭਾਗੂ ਦੇ ਚੌਂਕੀਆਂ ਭਰਦਾ ਫਿਰਦਾ ਹੈ, ਥਾਂ ਥਾਂ ਤੁਰਿਆ ਫਿਰਦਾ ਹੈ, ਤੇ ਤੇਰਾ ਗੁਰੂ ਘਰ ਸਿਰ ਨਵਾਇਆ ਕੋਈ ਅਰਥ ਨਹੀਂ ਰੱਖਦਾ, ਕੋਈ ਲਾਭ ਨਹੀਂ ਹੋਵੇਗਾ ਇੱਥੇ ਸਿਰ ਨਵਾਏ ਦਾ। ਸਲਾਮ ਜਵਾਬ ਦੋਵੈ ਕਰੇ ਮੁੰਡਹ ਕੁੱਥਾ ਜਾਏ, ਨਾਨਕ ਦੋਵੈ ਕੂੜੀਆਂ ਥਾਏ ਨਾ ਕਾਈ ਪਾਏ। ਮਹਾਰਾਜ ਕਹਿੰਦੇ ਨਾਲੇ ਤੂੰ ਮੱਥਾ ਟੇਕਦਾ ਗੁਰੂ ਸਾਹਿਬ ਨੂੰ, ਨਾਲੇ ਗੁਰੂ ਸਾਹਿਬ ਦਾ ਹੁਕਮ ਮੰਨਦਾ ਕੋਈ ਨਹੀਂ, ਅੱਗੋਂ ਜਵਾਬ ਦੇ ਦਿੰਦਾ। ਸਲਾਮ ਜਵਾਬ, ਆਪਾਂ ਮੱਥਾ ਟੇਕਣਾ ਕਹਿੰਦੇ, ਇਸਲਾਮ ਦੇ ਵਿੱਚ ਸਲਾਮ ਕਹਿੰਦੇ। ਮਹਾਰਾਜ ਕਹਿੰਦੇ ਨਾਲੇ ਸਲਾਮ ਕਰਦਾ ਪਾਪ ਮੱਥਾ ਟੇਕਦਾ ਹੈ ਤੇ ਨਾਲੇ ਜਵਾਬ ਅੱਗੋਂ ਜਵਾਬ ਦੇਣਾ। ਜੋ ਗੁਰੂ ਸਾਹਿਬ ਕਹਿੰਦੇ ਨੇ ਭਾਈ ਅੰਮ੍ਰਿਤ ਛਕ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨ, ਗੁਰੂ ਦੱਸੀ ਮਰਿਆਦਾ ਵਿੱਚ ਚੱਲ, ਅੰਮ੍ਰਿਤ ਵੇਲੇ ਉੱਠ, ਨਾਮ ਬਾਣੀ ਅਭਿਆਸ ਕਰ, ਗੁਰੂ ਕੀ ਸੇਵਾ ਕਰਿਆ ਕਰ, ਸਤਸੰਗਤ ਕਰਿਆ ਕਰ, ਕੋਈ ਗੱਲ ਨਹੀਂ ਬਣਦਾ। ਨਾਲੇ ਮੱਥੇ ਟੇਕੀ ਜਾਣਾ, ਰੋਜ਼ ਮੱਥਾ ਟੇਕ ਕਰਕੇ ਗੁਰਦੁਆਰੇ ਜਾਣਾ। ਕੱਲਾ ਮਹਾਰਾਜ ਨੇ ਮੱਥਾ ਟੇਕਣ ਦਾ ਹੀ ਹੁਕਮ ਥੋੜ੍ਹਾ ਕੀਤਾ। ਅਸੀਂ ਤਾਂ ਗੁਰਦੁਆਰੇ ਆਉਣੇ ਬਸ ਮੱਥਾ ਟੇਕਣ ਜੋਗੇ, ਮੱਥਾ ਟੇਕਿਆ ਤੇ ਮਿੰਟ ਨਹੀਂ ਲਾਉਂਦੇ ਭੱਜ ਜਾਂਦੇ ਆ, ਇਹ ਬਸ ਇਹੀ ਕੰਮ ਹੈ। ਨਹੀਂ, ਮਹਾਰਾਜ ਨੇ ਇਕੱਲਾ ਮੱਥਾ ਟੇਕਣ ਵਾਸਤੇ ਨਹੀਂ ਕਿਹਾ। ਹੁਣ ਕੋਈ ਬੰਦਾ ਸਕੂਲੇ ਜਾਵੇ ਤੇ ਜਾ ਕੇ ਸਕੂਲ ਨੂੰ ਮੱਥਾ ਟੇਕ ਕੇ ਵਾਪਸ ਆ ਜਾਵੇ, ਉਹਨੂੰ ਗਿਆਨ ਮਿਲ ਜੂ, ਇਹ ਪ੍ਰਮਾਣ ਹੈ ਸਮਝਣ ਵਾਸਤੇ। ਚਲੋ ਕਿਤੇ ਸਾਡੇ ਕੋਲ ਸਮਾਂ ਨਾ ਹੋਵੇ, ਕਿਤੇ ਮਜਬੂਰੀ ਹੋਵੇ, ਉਹ ਦਿਨ ਮੱਥਾ ਟੇਕ ਕੇ ਵੀ ਮੁੜ ਸਕਦੇ ਹਾਂ ਆਪਾਂ, ਪਰ ਯਤਨ ਕਰੋ ਨਾਲ ਸਤਸੰਗਤ ਵੀ ਕਰੀਏ, ਨਾਲ ਗੁਰੂ ਕੀ ਬਾਣੀ ਕੀਰਤਨ ਵੀ ਸਰਵਣ ਕਰੀਏ, ਸੇਵਾ ਵੀ ਕਰੀਏ। ਇਕੱਲਾ ਇਹ ਨਹੀਂ ਵੀ ਆਪਾਂ ਮੁੜ ਜਾਣਾ। ਕਈਆਂ ਦਾ ਸੁਭਾਅ ਹੀ ਪੱਕਾ ਹੈ, ਬਸ ਜੀ ਮੱਥਾ ਟੇਕਿਆ ਪਰਿਕਰਮਾ ਕੀਤੀਆਂ ਤੇ ਘਰ ਨੂੰ ਚਲੇ ਗਏ, ਨਾ ਸ਼ਰਾਬਾਂ ਛੱਡਣੀਆਂ, ਨਾ ਕਬਰਾਂ 'ਤੇ ਜਾਣਾ ਛੱਡਣਾ, ਨਾ ਮਾੜੇ ਕਰਮ ਛੱਡਣੇ, ਨਾ ਕੇਸ ਦਾੜਾ ਰੱਖਣਾ ਹੈ, ਮੱਥਾ ਜ਼ਰੂਰ ਟੇਕ ਜਾਣਾ। ਇਸ ਤਰ੍ਹਾਂ ਤੇ ਕੁਝ ਨਹੀਂ ਮਿਲਣਾ।
ਸੋ ਮੈਂ ਨਹੀਂ ਕਹਿ ਰਿਹਾ, ਇਹ ਸਤਿਗੁਰੂ ਜੀ ਕਹਿ ਰਹੇ ਨੇ, ਸਲਾਮ ਜਵਾਬ ਦੋਵੈ ਕਰੇ। ਇੱਕ ਪਾਸੇ ਤੂੰ ਮੱਥਾ ਟੇਕਦਾ ਹੈ, ਇੱਕ ਪਾਸੇ ਜੋ ਸਤਿਗੁਰੂ ਜੀ ਕਹਿੰਦੇ ਉਹ ਜਵਾਬ ਵੀ ਦੇਈ ਜਾਂਦਾ ਹੈ। ਮਹਾਰਾਜ ਕਹਿੰਦੇ ਮੁੰਡਾ ਘੁੱਥਾ ਜਾਏ ਤਾਂ ਤੂੰ ਮੁੱਢੋਂ ਹੀ ਭੁੱਲ ਗਿਆ, ਗੁਰੂ ਵੱਲੋਂ ਘੁੱਸ ਗਿਆ, ਦੂਰ ਹੋ ਗਿਆ। ਨਾਨਕ ਦੋਵੈ ਕੂੜੀਆਂ ਥਾਏ ਨਾ ਕਾਈ ਬਾਏ। ਮਹਾਰਾਜ ਕਹਿੰਦੇ ਉਹਦੇ ਦੋਵੇਂ ਕੰਮ ਝੂਠੇ ਨੇ, ਮੱਥਾ ਟੇਕਣਾ ਵੀ, ਜਵਾਬ ਦੇਣਾ ਵੀ, ਕੁਝ ਵੀ ਉਹਦਾ ਥਾਂ ਹੀ ਨਹੀਂ ਪਵੇਗਾ। ਖੇਡ ਭਾਵਨਾ ਦੀ ਹੈ। ਭਾਵਨਾ ਨਾਲ ਗੁਰੂ ਚਰਨਾਂ ਵਿੱਚ ਝੁਕਾਂਗੇ ਤਾਂ ਗੁਰੂ ਦੀ ਬਖਸ਼ਿਸ਼ ਹੋਵੇਗੀ, ਤਾਂ ਰਹਿਮਤ ਹੋਵੇਗੀ। ਇਸ ਕਰਕੇ ਮਹਾਰਾਜ ਕਹਿੰਦੇ ਜੇ ਝੁਕਣਾ ਹੈ ਤੇ ਗੁਰੂ ਅੱਗੇ ਝੁਕ। ਇੱਕ ਵਿਦਵਾਨ ਦਾ ਮੈਨੂੰ ਬਚਨ ਚੇਤੇ ਆ ਗਿਆ ਤੇ ਮੈਂ ਅੱਗੇ ਚੱਲਾਂ, ਕਿਉਂਕਿ ਸਾਰੇ ਹੁਕਮਨਾਮੇ ਦੀ ਵਿਆਖਿਆ ਤੁਹਾਡੇ ਸਨਮੁਖ ਰੱਖਣੀ ਹੈ। ਉਹ ਵਿਦਵਾਨ ਲਿਖਦਾ ਹੈ, ਸਿਰ ਜਿਸ ਪੇ ਨਾ ਝੁਕ ਜਾਏ ਉਸੇ ਦਰ ਨਹੀਂ ਕਹਤੇ। ਕਹਿੰਦੇ ਜਿਸ ਦਰ ਨੂੰ, ਜਿਸ ਗੁਰੂ ਘਰ ਨੂੰ ਵੇਖ ਕਰਕੇ ਆਪਣੇ ਆਪ ਸੀਸ ਨਾ ਝੁਕੇ, ਉਹਨੂੰ ਦਰ ਨਹੀਂ ਕਿਹਾ ਜਾ ਸਕਦਾ। ਜੋ ਹਰ ਜਗ੍ਹਾ 'ਤੇ ਝੁਕ ਜਾਏ ਉਸੇ ਸਰ ਨਹੀਂ ਕਹਤੇ। ਕਹਿੰਦੇ ਜਿਹੜਾ ਹਰ ਜਗ੍ਹਾ 'ਤੇ ਝੁਕਦਾ ਉਹਨੂੰ ਸਿਰ ਵੀ ਨਹੀਂ ਕਿਹਾ ਜਾ ਸਕਦਾ, ਕਿਉਂਕਿ ਫਿਰ ਤਾਂ ਉਹ ਪੱਥਰ ਹੀ ਹੋ ਗਿਆ ਨਾ, ਜਿਹਨੂੰ ਸਮਝ ਨਹੀਂ, ਜਿੱਥੇ ਗਏ ਉੱਥੇ ਹੀ ਸੁੱਟ ਦਿੱਤਾ। ਸਿਰ ਤਾਂ ਉਹ ਹੈ ਜਿਹਨੂੰ ਗੁਰੂ ਨੇ ਇਹ ਸੋਝੀ ਦੇ ਦਿੱਤੀ ਹੈ, ਲੱਥ ਤਾਂ ਭਾਵੇਂ ਜਾਵੇਗਾ ਪਰ ਝੁਕੇਗਾ ਨਹੀਂ। ਸਾਹਿਬਜ਼ਾਦਿਆਂ ਦਾ ਇਤਿਹਾਸ ਇਹੀ ਸਾਨੂੰ ਸਮਝਾਉਂਦਾ ਹੈ ਕਿ ਸੂਬੇ ਦੀ ਕਚਹਿਰੀ ਵਿੱਚ ਜਾ ਕੇ ਵੀ ਸੀਸ ਨਹੀਂ ਝੁਕਿਆ। ਉਹ ਤਾਂ ਜਿਉਂਦੇ ਸੀ, ਸੂਬਾ ਸਰਹੰਦ ਤਾਂ ਜਿਉਂਦਾ ਸੀ, ਜਿਉਂਦਿਆਂ ਦੇ ਅੱਗੇ ਗੁਰੂ ਕੇ ਲਾਲ ਨਹੀਂ ਝੁਕੇ। ਤੇ ਅੱਜ ਆਪਣੇ ਆਪ ਨੂੰ ਗੁਰੂ ਕੇ ਸਿੱਖ ਖਵਾਉਣ ਵਾਲੇ ਮਰਿਆਂ ਦੀਆਂ ਕਬਰਾਂ ਅੱਗੇ ਝੁਕੀ ਜਾਂਦੇ, ਮੱਥੇ ਟੇਕੀ ਜਾਂਦੇ। ਖੇਡ ਕਿੱਧਰ ਗਈ? ਸਿੱਖ ਜਿਉਂਦਿਆਂ ਅੱਗੇ ਨਹੀਂ ਝੁਕਿਆ। ਸਾਹਿਬਜ਼ਾਦੇ ਨੀਹਾਂ ਵਿੱਚ ਚਿਣੇ ਗਏ ਨੇ ਪਰ ਝੁਕ ਕੇ ਸਲਾਮ ਨਹੀਂ ਕੀਤੀ ਸੂਬਾ ਸਰਹੰਦ ਨੂੰ। ਭਾਈ ਤਾਰੂ ਸਿੰਘ ਨੇ ਖੋਪਰ ਲਵਾ ਲਿਆ ਪਰ ਸੀਸ ਨਹੀਂ ਝੁਕਾਇਆ ਜ਼ਕਰੀਆ ਖਾਨ ਨੂੰ। ਤੇ ਗੁਰਮੁਖੋ, ਮੈਂ ਕਈ ਵਾਰ ਹੈਰਾਨ ਹੁੰਦਾ ਹੈ, 10 ਲੱਖ ਮੁਗਲ ਫੌਜ ਨਾਲ ਖਾਲਸਾ ਲੜਿਆ, ਉਹ ਵੀ 40 ਸਿੰਘ ਚਮਕੌਰ ਦੀ ਗੜੀ ਵਿੱਚ। ਤੇ ਜਿਹੜਾ ਅੱਗੇ 10 ਲੱਖ ਸੀ ਨਾ ਮੁਗਲ, ਉਹ ਜਿਉਂਦੇ ਸਨ, ਜਿਉਂਦੇ, ਮਰੇ ਨਹੀਂ। ਉਹਨਾਂ ਜਿਉਂਦਿਆਂ ਤੋਂ 40 ਸਿੰਘ ਡਰੇ ਨਹੀਂ, ਉਹਨਾਂ ਦੇ ਆਹੂ ਲਾਏ ਤੇ ਸ਼ਹੀਦੀਆਂ ਪਾ ਗਏ, ਪਰ ਉਹਨਾਂ ਅੱਗੇ ਇੱਕ ਵੀ ਸਿੰਘ ਨਹੀਂ ਝੁਕਿਆ। ਵਿਖਾਓ ਇਤਿਹਾਸ, ਇੱਕ ਵੀ ਸਿੰਘ ਮੁਗਲਾਂ ਅੱਗੇ ਝੁਕਿਆ ਹੋਵੇ, ਪੁਰਾਤਨ ਇਤਿਹਾਸ ਵਿਖਾਓ। ਪਰ ਅੱਜ ਆਪਣੇ ਆਪ ਨੂੰ ਗੁਰੂ ਕਾ ਸਿੰਘ ਖਵਾਉਣ ਵਾਲਾ, ਸਿੱਖ ਖਵਾਉਣ ਵਾਲਾ, ਮਰਿਆਂ ਮੁਗਲਾਂ ਦੀਆਂ ਕਬਰਾਂ ਅੱਗੇ ਝੁਕੀ ਜਾਂਦਾ, ਡਰੀ ਜਾਂਦਾ, ਕਬਰਾਂ ਤੋਂ ਹੀ, ਮਰਿਆਂ ਤੋਂ ਹੀ। ਸਿੱਖ ਤਾਂ ਜਿਉਂਦਿਆਂ ਮੁਗਲਾਂ ਤੋਂ ਨਹੀਂ ਡਰਿਆ। ਹੈਰਾਨਗੀ ਦੀ ਗੱਲ, ਸਿੱਖੀ ਕਿੱਥੇ ਹੈ? ਇਸ ਨੂੰ ਸਮਝਣ ਦਾ ਯਤਨ ਕਰਿਓ। ਸੋ ਮਹਾਰਾਜ ਕਹਿੰਦੇ ਨੇ, ਭਾਈ ਨਮਸਕਾਰ ਕਰਨੀ ਹੈ ਤੇ ਵਾਹਿਗੁਰੂ ਅੱਗੇ ਕਰ, ਜੋ ਨਮਸਕਾਰ ਕਰਨ ਦੇ ਯੋਗ ਹੈ। ਹਰ ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨਿਵੰਨ, ਜਿਹਦੇ ਅੱਗੇ ਸਾਰੇ ਝੁਕਦੇ ਨੇ। ਗੁਣ ਗਾਵਹ ਗੋਪਾਲ ਰਾਏ, ਤੇ ਗੁਣ ਵੀ ਉਸ ਮਾਲਿਕ ਦੇ ਗਾਉਣਾ ਕਰੋ, ਪਰਮੇਸ਼ਰ ਦੇ ਗੁਣ ਗਾਉਣਾ ਕਰੋ। ਏਕੋ ਜਪ ਏਕੋ ਸਾ ਲਾਹੇ, ਏਕ ਸਿਮਰ ਏਕੋ ਮਨ ਆਹੇ, ਏਕ ਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ। ਭਾਈ ਇੱਕ ਨੂੰ ਜਪਣਾ ਕਰੋ, ਇੱਕ ਦੇ ਲੜ ਲੱਗਣਾ ਕਰੋ। ਉਹ ਜੋ ਸਾਰੀ ਪ੍ਰਿਥਵੀ ਨੂੰ ਪਾਲਣ ਵਾਲਾ ਹੈ, ਸਾਰਿਆਂ ਦਾ ਰਾਜਾ ਸਰੂਪ ਪਰਮੇਸ਼ਰ ਹੈ। ਰਹਾਉ ਵਿਸਰਾਮ ਦੇ ਕਰਕੇ ਅੱਗੇ ਕਿਰਪਾ ਕਰਦੇ ਹਨ। ਵੱਡੇ ਭਾਗ ਭੇਟੇ ਗੁਰਦੇਵਾ, ਵੱਡੇ ਭਾਗਾਂ ਦੇ ਨਾਲ ਪ੍ਰਕਾਸ਼ ਸਰੂਪ ਪਰਮੇਸ਼ਰ ਦਾ ਰੂਪ ਧੰਨ ਗੁਰੂ ਸਤਿਗੁਰੂ ਪਾਤਸ਼ਾਹ ਜੀ ਦਾ ਭੇਟੇ ਮਿਲਾਪ ਹੁੰਦਾ। ਜਿਨ੍ਹਾਂ ਦੇ ਵੱਡੇ ਭਾਗ ਹੋਣ ਉਹਨਾਂ ਨੂੰ ਗੁਰੂ ਮਿਲਦਾ ਹੈ। ਤੇ ਗੁਰੂ ਮਿਲੇ ਦੀ ਨਿਸ਼ਾਨੀ ਕੀ ਹੈ? ਮਹਾਰਾਜ ਬਾਣੀ ਵਿੱਚ ਦੱਸਦੇ ਨੇ, ਗੁਰ ਪੂਰਾ ਭੇਟਿਓ ਵਡਭਾਗੀ, ਮਨਹਿ ਭਇਆ ਪ੍ਰਗਾਸਾ। ਵੱਡੇ ਭਾਗਾਂ ਨਾਲ ਜਿਨ੍ਹਾਂ ਨੂੰ ਪੂਰਾ ਗੁਰੂ ਮਿਲ ਗਿਆ ਹੈ, ਉਹਨਾਂ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਪ੍ਰਕਾਸ਼ ਹੋਣ ਦੀ ਨਿਸ਼ਾਨੀ ਕੀ ਹੈ? ਮਹਾਰਾਜ ਕਹਿੰਦੇ ਪ੍ਰਕਾਸ਼ ਹੋਣ ਦੀ ਨਿਸ਼ਾਨੀ ਹੈ, ਕੋਏ ਨਾ ਪਹੁੰਚਨ ਹਾਰਾ ਦੂਜਾ, ਆਪਣਾ ਸਾਹਿਬ ਕਾ ਪ੍ਰਵਾਸਾ। ਜਿਹਨੂੰ ਪੂਰਾ ਗੁਰੂ ਮਿਲ ਜਾਂਦਾ, ਜਿਹਦੇ ਅੰਦਰ ਗੁਰੂ ਦੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ, ਫਿਰ ਉਹ ਕਹਿੰਦਾ ਹੈ ਕਿ ਮੇਰੇ ਗੁਰੂ ਵਰਗਾ ਕੋਈ ਨਹੀਂ, ਮੈਨੂੰ ਤੇ ਆਪਣੇ ਗੁਰੂ ਤੇ ਭਰੋਸਾ ਹੈ। ਭਾਵੇਂ ਦੁਨੀਆ ਦੇ ਲਾਲਚ ਉਹਨੂੰ ਦਿੱਤੇ ਜਾਣ, ਕਦੇ ਗੁਰੂ ਤੋਂ ਟੁੱਟਦਾ ਨਹੀਂ। ਛੋਟੀ ਜਿਹੀ ਘਟਨਾ ਤੁਹਾਡੇ ਸਨਮੁਖ ਰੱਖਦੇ ਵਾਂ।
ਗੜ੍ਹ ਸ਼ੰਕਰ ਦਾ ਇਲਾਕਾ, ਉੱਥੇ ਇੱਕ ਜੋਗੀ ਜਿਸ ਦਾ ਨਾਮ ਸੀ ਮਹੇਸ਼ਾ ਜੋਗੀ, ਉਹਨੇ ਲੋਕਾਂ ਵਿੱਚ ਇਹ ਗੱਲ ਫੈਲਾ ਦਿੱਤੀ ਕਿ ਜਿਹੜਾ ਮੇਰੇ ਦਰਸ਼ਨ ਕਰੇਗਾ ਉਹਨੂੰ 2 ਸਾਲ ਵਾਸਤੇ ਸਵਰਗ ਮਿਲੇਗਾ। ਲੋਕ ਵਹੀਰਾਂ ਘੱਤ ਕਰਕੇ ਜੋਗੀ ਵੱਲ, ਮੱਤ ਮਾਰੀ ਗਈ ਲੋਕਾਂ ਦੀ। ਅੱਜ ਵੀ ਕੋਈ ਕਹਿ ਦੇ ਲੋਕ ਭੱਜ ਉੱਠਦੇ ਆ। ਸਾਰੇ ਹੀ ਚਲੇ ਗਏ। ਇੱਕ ਸਿੱਖ ਸੀ ਗੜ੍ਹ ਸ਼ੰਕਰ ਵਿੱਚ, ਧੰਨ ਗੁਰੂ ਅਰਜਨ ਸਾਹਿਬ ਦਾ, ਜਿਹਦਾ ਨਾਮ ਵਿਦਵਾਨਾਂ ਨੇ ਭਾਈ ਤਿਲਕੂ ਲਿਖਿਆ, ਉਹ ਨਹੀਂ ਗਿਆ। ਬਾਕੀ ਸਾਰਾ ਹੀ ਪਿੰਡ ਚਲਾ ਗਿਆ। ਜੋਗੀ ਨੇ ਆਪਣੇ ਚੇਲਿਆਂ ਨੂੰ ਪੁੱਛਿਆ ਕਿ ਜਾਓ ਵੇਖ ਕੇ ਆਓ, ਸਾਰੇ ਲੋਕ ਆ ਗਏ ਮੇਰੇ ਦਰਸ਼ਨ ਕਰਨ। ਉਹ ਚੇਲੇ ਵੇਖ ਕੇ ਆਏ ਤੇ ਆ ਕੇ ਦੱਸਦੇ ਵੀ ਸਾਰੇ ਆ ਗਏ ਆ, ਪਰ ਇੱਕ ਭਾਈ ਤਿਲਕੂ ਆ, ਉਹ ਨਹੀਂ ਜੇ ਆਇਆ। ਜੋਗੀ ਕਹਿਣ ਲੱਗਾ ਵੀ ਉਹਨੂੰ ਕਹੋ ਬਾਕੀਆਂ ਨੂੰ ਤੇ 2 ਸਾਲ ਦਾ ਸਵਰਗ ਮਿਲੂਗਾ, ਤੂੰ ਵੀ ਦਰਸ਼ਨ ਕਰ ਲੈ, ਤੈਨੂੰ 4 ਸਾਲ ਦਾ ਮਿਲੇਗਾ। ਵੈਲਿਡਿਟੀ ਵਧਾ ਦਿੱਤੀ। ਸੋ ਭਾਈ ਤਿਲਕੂ ਫੇਰ ਨਾ ਆਇਆ, ਵੈਲਿਡਿਟੀ ਵਧਾਈ ਗਿਆ, ਉਹ ਮਿਆਦ ਵਧਾਈ ਗਿਆ। 6 ਸਾਲ, 8 ਸਾਲ, 10 ਸਾਲ, 20 ਸਾਲ, ਹਾਰ ਕੇ ਕਹਿੰਦਾ ਸਾਰੀ ਉਮਰ ਵਾਸਤੇ ਸਵਰਗ ਮਿਲੂਗਾ, ਤੂੰ ਦਰਸ਼ਨ ਕਰ ਲੈ ਆ ਕੇ। ਭਾਈ ਤਿਲਕੂ ਨਹੀਂ ਆਇਆ। ਜਿਹੜਾ ਗੁਰੂ ਨੂੰ ਮਿਲ ਪੈਂਦਾ ਨਾ, ਉਹਦੇ ਵਾਸਤੇ ਕੋਈ ਹੋਰ ਨਹੀਂ, ਕੋਈ ਨਾ ਪਹੁੰਚਣ ਹਾਰਾ ਦੂਜਾ, ਆਪਣਾ ਸਾਹਿਬ ਕਾ ਪ੍ਰਵਾਸਾ। ਉਹਨੂੰ ਪਤਾ ਲੱਗ ਜਾਂਦਾ ਹੈ ਮੇਰੇ ਗੁਰੂ ਦੇ ਬਰਾਬਰ ਕੋਈ ਦੂਜਾ ਨਹੀਂ ਪਹੁੰਚ ਸਕਦਾ, ਉਹਨੂੰ ਆਪਣੇ ਮਾਲਕ 'ਤੇ ਭਰੋਸਾ ਹੁੰਦਾ। ਹਾਰ ਕੇ ਜੋਗੀ ਆਇਆ ਭਾਈ ਤਿਲਕੂ ਕੋਲੇ। ਇਤਿਹਾਸ ਪੜ੍ਹ ਕੇ ਵੇਖੋ। ਮਹੇਸ਼ਾ ਜੋਗੀ ਚੱਲ ਕਰਕੇ ਆਇਆ, ਡਰਾਵੇ ਵੀ ਦਿੱਤੇ, ਆਪਣੀ ਸ਼ਕਤੀ ਨਾਲ ਦਰਵਾਜ਼ੇ ਨੂੰ ਅੱਗ ਵੀ ਲਾ ਦਿੱਤੀ, ਪਰ ਭਾਈ ਤਿਲਕੂ ਅੰਦਰ ਬੈਠਾ ਸੁਖਮਨੀ ਸਾਹਿਬ ਪੜ੍ਹ ਰਿਹਾ। ਕੋਈ ਡਰ ਭੈ ਨਹੀਂ, ਗੁਰੂ 'ਤੇ ਭਰੋਸਾ ਹੈ। ਜਦੋਂ ਜੋਗੀ ਹਾਰ ਹੰਬ ਗਿਆ ਤੇ ਹੱਥ ਜੋੜ ਕਰਕੇ ਬੇਨਤੀ ਕਰਨ ਲੱਗਾ, ਭਾਈ ਤਿਲਕੂ ਮੇਰੇ ਦਰਸ਼ਨ ਨਹੀਂ ਕਰਨੇ ਤੇ ਆਪਣੇ ਦਰਸ਼ਨ ਹੀ ਕਿਰਪਾ ਕਰਕੇ ਦੇ ਦੇ। ਸਮਝ ਪੈ ਗਈ ਵੀ ਇੰਨੀ ਦ੍ਰਿੜਤਾ, ਜਿਸ ਸਿੱਖ ਵਿੱਚ ਇੰਨੀ ਦ੍ਰਿੜਤਾ ਹੈ ਤੇ ਇਹਦਾ ਗੁਰੂ ਕਿੱਡਾ ਮਹਾਨ ਹੋਵੇਗਾ। ਫਿਰ ਭਾਈ ਤਿਲਕੂ ਬਾਹਰ ਆਇਆ ਤੇ ਭਾਈ ਤਿਲਕੂ ਕਹਿਣ ਲੱਗਾ, ਜੋਗੀ ਮੈਂ ਕੌਣ ਆ ਕਿਸੇ ਨੂੰ ਦਰਸ਼ਨ ਦੇਣ ਵਾਲਾ, ਦਰਸ਼ਨ ਤੇ ਮੇਰਾ ਗੁਰੂ ਬਖਸ਼ਦਾ ਹੈ। ਸੋ ਉਸ ਵੇਲੇ ਜੋਗੀ ਨੇ ਭਾਈ ਸਾਹਿਬ ਨੂੰ ਪੁੱਛਿਆ ਹੈ ਕਿ ਭਾਈ ਸਾਹਿਬ ਤੁਹਾਡਾ ਗੁਰੂ ਕੌਣ ਹੈ? ਭਾਈ ਸਾਹਿਬ ਕਹਿਣ ਲੱਗੇ ਮੇਰਾ ਗੁਰੂ ਹੈ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ। ਜੋਗੀ ਚਰਨਾਂ ਤੇ ਟਹਿ ਪਿਆ, ਕਹਿਣ ਲੱਗਾ ਮੈਨੂੰ ਵੀ ਉੱਥੇ ਲੈ ਚੱਲ। ਇਹ ਹੈ ਭਰੋਸੇ ਦੀ ਖੇਡ। ਜਿਹੜਾ ਗੁਰੂ ਨੂੰ ਮਿਲ ਪੈਂਦਾ ਹੈ ਉਹ ਕਦੇ ਡੋਲਦਾ ਨਹੀਂ। ਫਿਰ ਜੋਗੀ ਨੂੰ ਨਾਲ ਲੈ ਕਰਕੇ ਭਾਈ ਤਿਲਕੂ ਅੰਮ੍ਰਿਤਸਰ ਸਾਹਿਬ ਆਇਆ। ਰਸਤੇ ਵਿੱਚ ਤੁਰੇ ਆਉਂਦਿਆਂ ਜੋਗੀ ਨੇ ਪੁੱਛ ਲਿਆ ਕਿ ਭਾਈ ਤਿਲਕੂ ਸਤਿਗੁਰਾਂ ਦੀ ਉਮਰ ਕਿੰਨੀ? ਭਾਈ ਤਿਲਕੂ ਕਹਿਣ ਲੱਗੇ ਵੀ ਕੋਈ 40-45 ਸਾਲ ਦੀ ਹੋਵੇਗੀ। ਫਿਰ ਜੋਗੀ ਦੇ ਮਨ ਵਿੱਚ ਹੰਕਾਰ ਆ ਗਿਆ ਕਿ ਮੈਂ ਤੇ ਇੰਨੀ ਉਮਰ ਵਾਲਾ ਹਾਂ, ਉਹ ਤੇ ਬੱਚਾ ਜਿਹਾ, ਵੀ ਉਹਦੇ ਕੋਲ ਕੀ ਹੋਵੇਗਾ। ਸ਼ੰਕਾ ਕਰ ਬੈਠਾ ਮਨ ਵਿੱਚ। ਭਾਈ ਤਿਲਕੂ ਨੂੰ ਤੇ ਦੱਸਿਆ ਨਾ। ਮਹਾਰਾਜ ਦੇ ਕੋਲ ਜਦੋਂ ਗਏ ਸੋ ਮਹਾਰਾਜ ਨੇ ਤੰਬੂ ਲਗਾ ਦਿੱਤਾ, ਆਖਿਆ ਉੱਥੇ ਬਿਠਾਓ। ਇੱਕ ਲਾਗੇ ਦੂਜੇ ਤੰਬੂ ਵਿੱਚ ਮਹਾਰਾਜ ਆਪ ਦਰਸ਼ਨ ਨਹੀਂ ਦਿੱਤੇ ਪਹਿਲਾਂ। ਸੋ ਕਹਿੰਦੇ ਨੇ ਮਹਾਰਾਜ ਨੇ ਇੱਕ ਕੰਨ ਸੋ ਵਾਹਿਗੁਰੂ ਇੱਕ ਉਂਗਲੀ ਤੇ ਉਹਦੇ ਉੱਪਰ ਪਾਈ ਹੋਈ ਅੰਗੂਠੀ ਉਹਦੇ ਕੋਲ ਭੇਜੀ ਤੇ ਨਾਲ ਆਵਾਜ਼ ਦਿੱਤੀ। ਪਰਦੇ ਵਿੱਚੋਂ ਹੀ ਮਹਾਰਾਜ ਨੇ ਵੀ ਸਿਆਣ ਲਈ। ਉਹ ਬੜਾ ਹੈਰਾਨ ਹੋਇਆ ਵੀ ਇਹ ਤਾਂ ਉਂਗਲ ਮੇਰੀ ਹੈ, ਅੰਗੂਠੀ ਵੀ ਮੇਰੀ ਹੈ, ਸੋ ਇਹ ਤੁਹਾਡੇ ਕੋਲ ਇਹ ਕਿਵੇਂ ਆਈ? ਮਹਾਰਾਜ ਨੇ ਸਾਰਾ ਕੁਝ ਦੱਸਿਆ। ਮੁੜ ਕੇ ਹਾਰ ਕੇ ਚਰਨੀ ਪਿਆ ਕਿ ਮੈਂ ਤੇ ਐਵੇਂ ਸ਼ੰਕਾ ਕਰ ਬੈਠਾ ਉਮਰ ਦਾ। ਫਿਰ ਮਹਾਰਾਜ ਨੇ ਨਿਹਾਲ ਕੀਤਾ ਸੀ ਉਸ ਜੋਗੀ ਨੂੰ। ਸੋ ਇਉਂ ਗੁਰੂ ਪਿਆਰ ਵਾਲਿਓ, ਜਿਨ੍ਹਾਂ ਨੂੰ ਗੁਰੂ ਪੂਰਾ ਮਿਲ ਜਾਂਦਾ ਉਹ ਫਿਰ ਡੋਲਦੇ ਨਹੀਂ, ਉਹਨਾਂ ਨੂੰ ਆਪਣੇ ਮਾਲਕ 'ਤੇ ਭਰੋਸਾ ਵੱਧ ਜਾਂਦਾ ਹੈ। ਸੋ ਵੱਡਾ ਭਾਗ ਭੇਟੇ ਗੁਰਦੇਵਾ। ਵੱਡੇ ਭਾਗਾਂ ਵਾਲਿਆਂ ਨੂੰ ਪੂਰਾ ਗੁਰੂ ਮਿਲਦਾ ਹੈ। ਕੋਟ ਪਰਾਧ ਮਿਟੇ ਹਰ ਸੇਵਾ, ਕਰੋੜਾਂ ਅਪਰਾਧ ਗੁਨਾਹ ਮਿਟ ਜਾਂਦੇ ਨੇ ਵਾਹਿਗੁਰੂ ਦੀ ਸੇਵਾ ਕਰਕੇ।
ਹੁਣ ਕਈ ਗੁਰਮੁਖ ਇਹਨੂੰ ਪੜ੍ਹਦੇ ਨੇ ਤੇ ਗਲਤ ਪੜ੍ਹ ਜਾਂਦੇ ਨੇ। ਉਹ ਕਹਿਣਗੇ ਕੋਟ ਅਪਰਾਧ ਮਿਟੇ ਹਰ ਸੇਵਾ। ਇਹਦਾ ਅਰਥ ਕੀ ਕਰਾਂਗੇ? ਕਰੋੜਾਂ ਅਪਰਾਧ ਕਰਨ ਨਾਲ ਵਾਹਿਗੁਰੂ ਦੀ ਸੇਵਾ ਮਿਟ ਜਾਂਦੀ ਹੈ? ਨਹੀਂ, ਧਿਆਨ ਨਾਲ ਵਿਸਰਾਮ ਲਾਉਣਾ ਹੈ। ਕੋਟ ਅਪਰਾਧ ਮਿਟੇ, ਕਰੋੜਾਂ ਅਪਰਾਧ ਗੁਨਾਹ ਮਿਟ ਜਾਂਦੇ ਨੇ। ਕਿਵੇਂ? ਹਰ ਸੇਵਾ, ਵਾਹਿਗੁਰੂ ਦੀ ਸੇਵਾ ਕਰਕੇ ਕਰੋੜਾਂ ਔਗਣ ਮਿਟ ਜਾਂਦੇ। ਪ੍ਰਮਾਣ ਲੈ ਲਓ, ਭਾਈ ਬਿਧੀ ਚੰਦ ਕਿੰਨੇ ਅਪਰਾਧ ਕੀਤੇ ਸੀ, ਚੋਰੀਆਂ ਕੀਤੀਆਂ ਸੀ, ਪਰ ਜਦੋਂ ਗੁਰੂ ਦੀ ਸੇਵਾ ਕੀਤੀ ਇੱਕ ਵੀ ਰਹਿ ਗਿਆ? ਸਾਰੇ ਹੀ ਖਤਮ ਹੋ ਗਏ। ਕੀ ਬਣ ਗਏ? ਬਿਧੀ ਚੰਦ ਸ਼ੀਨਾ, ਗੁਰੂ ਕਾ ਸੀਨਾ, ਗੁਰੂ ਕਾ ਸੀਨਾ ਬਣ ਗਏ। ਭਾਈ ਲੱਖੂ ਡਾਕੂ ਸੀ, ਧਾੜਵੀਆ ਸੀ, ਆਪਣੇ ਨੇੜੇ ਪਿੰਡ ਮਨਾਵਾ ਉੱਥੋਂ ਦੇ, ਤੇ ਜੇ ਗੁਰੂ ਕੀ ਸੇਵਾ ਕੀਤੀ ਹੈ ਤੇ ਕਰੋੜਾਂ ਅਪਰਾਧ ਮਿਟ ਗਏ। ਕੀ ਬਣ ਗਏ? ਭਾਈ ਲੱਖੂ ਜੀ। ਇੰਨਾ ਉੱਚਾ ਜੀਵਨ ਬਣ ਗਿਆ, ਲੋਕ ਹੱਥ ਜੋੜ ਕਰਕੇ ਤਰਲੇ ਮਾਰਦੇ ਸਨ ਕਿ ਭਾਈ ਲੱਖੂ ਸਾਡੇ ਘਰ ਚਰਨ ਪਾ। ਜਿਹੜੇ ਪਹਿਲਾਂ ਉਹ ਤੋਂ ਥਰ ਥਰ ਕੰਬਦੇ ਸਨ, ਡਰਦੇ, ਉਹਦੇ ਨੇੜੇ ਨਹੀਂ ਸੀ ਜਾਂਦੇ ਵੀ ਕਿਤੇ ਸਾਡੇ ਘਰ ਨਾ ਆ ਜਾਵੇ, ਹੁਣ ਤਰਲੇ ਮਾਰਦੇ ਸਨ ਕਿ ਭਾਈ ਸਾਹਿਬ ਸਾਡੇ ਘਰ ਚਰਨ ਪਾਓ। ਕਿਉਂ? ਕਰੋੜਾਂ ਅਪਰਾਧ ਮਿਟ ਗਏ ਗੁਰੂ ਦੀ ਸੇਵਾ ਕਰਕੇ, ਬਾਣੀ ਪੜ੍ਹ ਕਰਕੇ। ਕੋਟ ਅਪਰਾਧ ਮਿਟੇ ਹਰ ਸੇਵਾ, ਕਰੋੜਾਂ ਅਪਰਾਧ ਗੁਨਾਹ ਮਿਟ ਜਾਂਦੇ ਨੇ ਜਦੋਂ ਵਾਹਿਗੁਰੂ ਦੀ ਸੇਵਾ ਕਰੀਏ। ਚਰਨ ਕਮਲ ਜਾ ਕਾ ਮਨ ਰਾਪੈ, ਚਰਨਾਂ ਕਮਲਾਂ ਦੇ ਵਿੱਚ ਅਥਵਾ ਕਮਲ ਵਰਗੇ ਸਤਿਗੁਰਾਂ ਦੇ ਸੋਹਣੇ ਚਰਨਾਂ ਵਿੱਚ ਜਾ ਕਾ ਜਿਸ ਦਾ ਮਨ ਰਾਪੈ, ਰਾਪੈ ਦਾ ਅਰਥ ਹੈ ਰੰਗਿਆ ਜਾਣਾ, ਜਿਸ ਦਾ ਮਨ ਗੁਰੂ ਦੇ ਚਰਨਾਂ ਵਿੱਚ ਰੰਗਿਆ ਗਿਆ ਹੈ, ਜੁੜ ਗਿਆ ਹੈ। ਸੋਗ ਅਗਨ ਤਿਸ ਜਨ ਨਾ ਵਿਆਪੈ, ਸੋਗ ਗਮੀ ਰੂਪੀ, ਦੁੱਖਾਂ ਰੂਪੀ ਜਿਹੜੀ ਅੱਗ ਹੈ, ਫਿਰ ਉਸ ਸੇਵਕ ਨੂੰ ਕਦੇ ਨਹੀਂ ਚਿੰਬੜਦੀ, ਕਦੇ ਦੁੱਖਾਂ ਵਿੱਚ ਫਿਰ ਉਹ ਡੋਲਦਾ ਨਹੀਂ, ਜਿਹਦਾ ਮਨ ਗੁਰੂ ਦੇ ਚਰਨਾਂ ਵਿੱਚ ਜੁੜ ਗਿਆ। ਮਨ ਜੁੜਨਾ ਬੜਾ ਔਖਾ ਹੈ। ਮੈਨੂੰ ਇੱਥੇ ਘਟਨਾ ਚੇਤੇ ਆ ਗਈ, ਸੁਣਾਉਂਦਾ ਜਾਵਾਂ। 7ਵੇਂ ਪਾਤਸ਼ਾਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਪਾਤਸ਼ਾਹ ਜੀ ਦੇ ਪਾਵਨ ਜੀਵਨ ਵਿੱਚੋਂ ਹੈ। ਸਤਿਗੁਰਾਂ ਦਾ ਇੱਕ ਬੜਾ ਪਿਆਰਾ ਸਿੱਖ, 1 ਮਿੰਟ ਦੀ ਹੈ, ਬਹੁਤ ਹੀ ਲੰਮੀ ਨਹੀਂ, ਬੜਾ ਪਿਆਰਾ ਸਿੱਖ ਹੈ ਜਿਸ ਦਾ ਨਾਂ ਸੀ ਭਾਈ ਗੋਂਦਾ। ਮਹਾਰਾਜ ਨੇ ਇਸ ਸਿੱਖ ਨੂੰ ਪ੍ਰਚਾਰ ਕਰਨ ਵਾਸਤੇ ਕਾਬਲ ਵਿੱਚ ਭੇਜਿਆ। ਇੱਕ ਦਿਨ ਭਾਈ ਗੋਂਦਾ ਅੰਮ੍ਰਿਤ ਵੇਲੇ ਉੱਠਿਆ ਹੈ, ਇਸ਼ਨਾਨ ਕੀਤਾ ਹੈ ਤੇ ਜੁੜ ਗਿਆ, ਚੌਂਕੜਾ ਮਾਰ ਕਰਕੇ ਬੈਠਾ ਹੈ, ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਾਰਿਆ। ਇੰਨਾ ਜੁੜ ਗਿਆ ਕਿ ਇੱਧਰ ਮਹਾਰਾਜ ਸਿੰਘਾਸਣ ਤੇ ਬੈਠੇ, ਸੰਗਤ ਵਿੱਚ 8-10 ਵਾਰ ਆ ਕਰਕੇ ਲਾਂਗਰੀ ਨੇ ਬੇਨਤੀ ਕਰ ਦਿੱਤੀ ਕਿ ਮਹਾਰਾਜ ਪ੍ਰਸ਼ਾਦਾ ਤਿਆਰ ਆ, ਭੋਗ ਲਾਓ। ਮਹਾਰਾਜ ਉੱਠਦੇ ਹੀ ਨਹੀਂ, ਸਾਰੀ ਸੰਗਤ ਹੈਰਾਨ ਹੈ। ਸ਼ਾਮ ਦਾ ਸਮਾਂ ਹੋ ਗਿਆ, ਫਿਰ ਮਹਾਰਾਜ ਉੱਠੇ। ਫਿਰ ਸੰਗਤ ਨੇ ਪੁੱਛਿਆ ਕਿ ਮਹਾਰਾਜ ਅੱਜ ਕੀ ਗੱਲ ਹੈ, ਇੰਨਾ ਲੰਮਾ ਸਮਾਂ ਤੁਸੀਂ ਬੈਠੇ ਹੀ ਰਹੇ। ਫਿਰ ਮਹਾਰਾਜ ਕਹਿਣ ਲੱਗੇ, ਸਾਡਾ ਇੱਕ ਸਿੱਖ ਭਾਈ ਗੋਂਦਾ ਕਾਬਲ ਦੀ ਧਰਤੀ 'ਤੇ ਸਮਾਧੀ ਵਿੱਚ ਲੀਨ ਸੀ ਤੇ ਉਹਨੇ ਮਨ ਕਰਕੇ ਸਾਡੇ ਚਰਨ ਫੜੇ ਹੋਏ ਸੀ। ਜੇ ਅਸੀਂ ਉੱਠਦੇ ਸਾਂ ਸਿੱਖ ਦੀ ਬਿਰਤੀ ਟੁੱਟ ਜਾਣੀ ਸੀ, ਇਸ ਕਰਕੇ ਹੁਣ ਉਹਨੇ ਸਾਡੇ ਚਰਨ ਛੱਡੇ ਆ ਤੇ ਅਸੀਂ ਹੁਣ ਉੱਠੇ ਆ। ਦੇਖੋ, ਚਰਨਾਂ ਦੇ ਵਿੱਚ ਜਿਨ੍ਹਾਂ ਦਾ ਮਨ ਜੁੜ ਜਾਂਦਾ ਹੈ। ਫਿਰ ਜਦੋਂ ਭਾਈ ਗੋਂਦਾ ਆਇਆ ਸੀ ਨਾ ਮਹਾਰਾਜ ਦੇ ਕੋਲ ਕੀਰਤਪੁਰ ਸਾਹਿਬ, ਫਿਰ ਸੰਗਤਾਂ ਨੇ ਪੁੱਛਿਆ ਵੀ ਸੀ ਵੀ ਆਹ ਦਿਨ ਦੀ ਘਟਨਾ। ਭਾਈ ਗੋਂਦੇ ਨੇ ਦੱਸਿਆ ਵੀ ਹਾਂ, ਮੈਂ ਇਸ ਦਿਨ ਤਾਂ ਸਾਰੀ ਦਿਹਾੜੀ ਬੈਠਾ ਰਿਹਾ ਸਮਾਧੀ ਵਿੱਚ। ਸੋ ਇਉਂ ਜਿਨ੍ਹਾਂ ਦਾ ਮਨ ਜਿਹੜਾ ਹੈ ਗੁਰੂ ਦੇ ਚਰਨਾਂ ਵਿੱਚ ਜੁੜ ਜਾਂਦਾ, ਉਹ ਜ਼ਰੂਰੀ ਨਹੀਂ ਵੀ ਗੁਰੂ ਸਾਹਿਬ ਦੇ ਕੋਲ ਹੋਣ ਤਾਂ ਹੀ ਖੇਡ ਬਣਦੀ, ਜਿੱਥੇ ਮਰਜ਼ੀ ਹੋਣ ਗੁਰੂ ਉਹਨਾਂ ਦੇ ਕੋਲ ਹੁੰਦਾ ਹੈ ਹਰ ਵਕਤ ਹੀ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲਏ ਛਡਾਈ, ਉਹ ਨਾਲ ਹੀ ਹੁੰਦਾ ਹੈ। ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ, ਉਹ ਸਦਾ ਨਾਲ ਹੈ। ਜਿਨ੍ਹਾਂ ਦਾ ਮਨ ਗੁਰੂ ਦੇ ਚਰਨਾਂ ਵਿੱਚ ਰੰਗਿਆ ਜਾਂਦਾ ਹੈ, ਉਹਨਾਂ ਨੂੰ ਫਿਰ ਦੁੱਖਾਂ ਰੂਪੀ ਅੱਗ ਜਿਹੜੀ ਕਦੇ ਵੀ ਚਿੰਬੜਦੀ ਨਹੀਂ, ਕਦੇ ਡਲਾਉਂਦੀ ਨਹੀਂ। ਸਾਗਰ ਤਰਿਆ ਸਾਧੂ ਸੰਗੀ, ਰੱਬ ਦੇ ਪਿਆਰਿਆਂ ਦੀ ਸੰਗਤ ਕਰਕੇ ਇਹ ਸੰਸਾਰ ਸਮੁੰਦਰ ਨੂੰ ਤਰਨਾ ਹੁੰਦਾ ਹੈ, ਭਾਵ ਤਰਿਆ ਹੈ। ਨਿਰਭਉ ਨਾਮ ਜਪਹੁ ਹਰ ਰੰਗੀ, ਨਿਰਭਉ ਜੋ ਵਾਹਿਗੁਰੂ ਪਰਮੇਸ਼ਰ ਹੈ, ਕਿਉਂਕਿ ਉਹਨੂੰ ਕਿਸ ਦਾ ਭੈ ਨਹੀਂ,
ਬੰਦੇ ਨੂੰ ਤਾਂ ਭੈ ਹੁੰਦਾ ਹੈ, ਪਰਮੇਸ਼ਰ ਨੂੰ ਕਿਸੇ ਦਾ ਭੈ ਨਹੀਂ। ਤੇ ਬਾਕੀ ਗੱਲ ਭੈ ਦੀ, ਭੈ ਤਾਂ ਉਹਨੂੰ ਹੁੰਦਾ ਹੈ, ਭੈ ਕਿਹਦਾ ਹੁੰਦਾ? ਆਪਣੇ ਤੋਂ ਵੱਡੇ ਦਾ। ਛੋਟੇ ਦਾ ਕਦੀ ਡਰ ਨਹੀਂ ਹੁੰਦਾ ਕਿਸੇ ਨੂੰ, ਵੱਡੇ ਦਾ ਹੀ ਭੈ ਹੁੰਦਾ। ਅਹੁਦੇ 'ਚ ਵੱਡਾ ਹੋਵੇ, ਤਾਕਤ ਵਿੱਚ ਵੱਡਾ ਹੋਵੇ ਤਾਂ ਹੀ ਭੈ ਹੋਵੇਗਾ। ਸੋ ਆਪਣੇ ਤੋਂ ਵੱਡੇ ਦਾ ਭੈ ਹੁੰਦਾ, ਪਰ ਰੱਬ ਨਾਲੋਂ ਤਾਂ ਵੱਡਾ ਕੋਈ ਹੈਗਾ ਹੀ ਨਹੀਂ। ਮਹਾਰਾਜ ਨੇ ਤਾਂ ਗੱਲ ਹੀ ਨਿਬੇੜ ਦਿੱਤੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿੰਦ ਕਲ ਰਾਖੀ ਮੇਰੀ। ਸਾਰਿਆਂ ਤੋਂ ਵੱਡੇ ਗੁਰੂ ਨਾਨਕ ਸਾਹਿਬ, ਫਿਰ ਭੈ ਕਿਹਦਾ? ਸੋ ਉਹ ਜੋ ਨਿਰਭਉ ਹੈ, ਨਾਮ ਜਪੋ, ਉਸ ਨਿਰਭਉ ਵਾਹਿਗੁਰੂ ਦਾ ਨਾਮ ਜਪੋ। ਕਿਵੇਂ ਜਪਣਾ ਹੈ? ਹਰ ਰੰਗੇ ਵਾਹਿਗੁਰੂ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗ ਕਰਕੇ, ਕੇਵਲ ਜ਼ਬਾਨ ਤੋਂ ਹੀ ਨਹੀਂ, ਮਨ ਨੂੰ ਵੀ ਰੰਗ ਕਰਕੇ ਜਪਣਾ ਕਰੋ। ਪਰ ਧਨ ਦੋਖ ਕਿਛ ਪਾਪ ਨਾ ਫੇੜੇ। ਪਰ ਧਨ, ਪਰਾਇਆ ਧਨ ਚਰਾਉਣਾ, ਤੇ ਇਹ ਜਿਹੜੇ ਔਗਣ ਨੇ, ਪਰਾਏ ਤਨ ਨੂੰ ਮਾੜੀ ਨਿਗਾਹ ਨਾਲ ਦੇਖਣਾ, ਪਰਾਇਆ ਧਨ ਚਰਾਉਣਾ, ਇਹ ਜਿਹੜੇ ਔਗਣ ਨੇ, ਕਿਛ ਪਾਪ ਨਾ ਫੇੜੇ। ਫੇੜੇ ਦਾ ਅਰਥ ਕਰੇ। ਮਹਾਰਾਜ ਕਹਿੰਦੇ ਇਹ ਪਾਪ ਨਾ ਕਰੇ। ਜਿਹੜਾ ਜੀਵ ਪਰਾਇਆ ਧਨ ਰੂਪੀ, ਚਰਾਉਣ ਰੂਪੀ, ਪਰਾਏ ਤਨ ਨੂੰ ਮਾੜਾ ਵੇਖਣ ਰੂਪੀ ਪਾਪ ਨਹੀਂ ਕਰਦਾ, ਐਸੇ ਖੋਟੇ ਕਰਮ ਨਹੀਂ ਕਰਦਾ, ਜਮ ਜੰਦਾਰ ਨਾ ਆਵੈ ਨੇੜੇ। ਤੇ ਜਿਹੜੇ ਜਮਦੂਤ ਨੇ, ਜੰਦਾਰ ਨਾਮ ਡੰਡੇ ਦਾ ਹੁੰਦਾ, ਡੰਡਾ ਲੈ ਕਰਕੇ ਫਿਰ ਉਹਨਾਂ ਦੇ ਨੇੜੇ ਨਹੀਂ ਆਉਂਦੇ, ਉਹਨਾਂ ਨੂੰ ਕੋਈ ਮਾਰ ਨਹੀਂ ਪੈਂਦੀ, ਜਿਹੜੇ ਐਸੇ ਖੋਟੇ ਕਰਮ ਨਹੀਂ ਕਰਦੇ। ਜਿਹੜੇ ਤਾਂ ਕਰਦੇ ਨੇ ਉਹਨਾਂ ਦਾ ਤਾਂ ਫਿਰ ਕੋਈ ਸਹਾਇਕ ਨਹੀਂ, ਕਿਉਂਕਿ ਅਨਕਾਏ ਰਾਤੜਿਆ ਬਾਟ ਦੁਹੇਲੀ ਰਾਮ। ਪਾਪ ਕਮਾਉਂਦਿਆਂ ਤੇਰਾ ਕੋਈ ਨਾ ਬੇਲੀ ਰਾਮ, ਕੋਈ ਨਾ ਬੇਲੀ ਹੋਏ ਤੇਰਾ ਸਦਾ ਪਛੋਤਾਵਹਿ। ਗੁਣ ਗੋਪਾਲ ਨਾ ਜਪਹਿ ਰਸਨਾ, ਫਿਰ ਕਦ ਹੋ ਸੇ ਦੇਹ ਆਵਹਿ। ਤਰਵਰ ਵਿਸ਼ੁੰਨੇ ਨਹਿ ਪਾਤ ਜੁੜਤੇ, ਜਮ ਮਗ ਗਾਉਣ ਅਕੇਲੀ। ਬਿਨਵੰਤ ਨਾਨਕ ਬਿਨ ਨਾਮ ਹਰ ਕੇ, ਸਦਾ ਫਿਰਤ ਦੁਹੇਲੀ। ਦੁਖੀ ਹੋਣਾ ਪੈਂਦਾ ਹੈ, ਨਾਮ ਤੋਂ ਬਿਨਾਂ ਖੇਡ ਨਹੀਂ ਬਣਦੇ। ਸਦਾ ਦੁਖੀ ਹੋਣਾ ਪੈਂਦਾ ਹੈ, ਦੁੱਖ ਵਿੱਚ ਹੀ ਟਿਕਣਾ ਪੈਂਦਾ ਹੈ। ਸੋ ਜਿਹੜੇ ਪਾਪ ਕਰਨਗੇ, ਮਹਾਰਾਜ ਕਹਿੰਦੇ ਪਾਪੀ ਕਰਮ ਕਮਾਵਦੇ, ਕਰਦੇ ਹਾਏ ਹਾਏ। ਨਾਨਕ ਜਿਉ ਮਥਨ ਮਾਧਾਣੀਆਂ, ਤਿਉ ਮਾਥੇ ਧਰਮ ਰਾਏ। ਸੋ ਉਹਨਾਂ ਦੀ ਇਹ ਹਾਲਤ ਹੁੰਦੀ ਹੈ। ਜਿਹੜਾ ਜੀਵ ਐਸੇ ਦੁੱਖਾਂ ਨੂੰ, ਪਾਪਾਂ ਨੂੰ ਨਹੀਂ ਕਰਦਾ। ਭਾਈ ਗੁਰਦਾਸ ਜੀ ਲਿਖਦੇ, ਹਉ ਤਿਸ ਘੋਲ ਕਮਾਇਆ, ਪਰ ਨਾਰੀ ਦੇ ਨੇੜ ਨਾ ਜਾਵੇ। ਹਉ ਤਿਸ ਘੋਲ ਕਮਾਇਆ, ਪਰ ਦਰਬੈ ਨੂੰ ਹੱਥ ਨਾ ਲਾਏ। ਮੈਂ ਉਹਦੇ ਤੋਂ ਕੁਰਬਾਨ ਜਾਨਾ ਜਿਹੜਾ ਪਰਾਈ ਔਰਤ ਨੂੰ ਮਾੜਾ ਨਹੀਂ ਵੇਖਦਾ, ਉਹਦੇ ਨੇੜੇ ਨਹੀਂ ਜਾਂਦਾ। ਮੈਂ ਉਹਦੇ ਤੋਂ ਕੁਰਬਾਨ ਜਾਨਾ ਹਾਂ ਜਿਹੜਾ ਪਰਾਏ ਧਨ ਨੂੰ ਖੋਹਦਾ ਨਹੀਂ, ਚਰਾਉਂਦਾ ਨਹੀਂ। ਮਹਾਰਾਜ ਕਹਿੰਦੇ ਪਰਾਇਆ ਧਨ ਚਰਾਉਣ ਰੂਪ, ਪਰਾਇਆ ਤਨ ਮਾੜਾ ਵੇਖਣ ਰੂਪ ਵਿੱਚ ਜਿਹੜਾ ਐਸੇ ਔਗਣਾਂ ਨੂੰ, ਐਸੇ ਪਾਪਾਂ ਨੂੰ ਨਹੀਂ ਕਰਦਾ, ਜਮਦੂਤ ਉਹਦੇ ਕੋਲ ਨਹੀਂ ਆਉਂਦੇ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਏ। ਤ੍ਰਿਸ਼ਨਾ ਰੂਪੀ ਅੱਗ ਜਿਹੜੀ ਹੈ, ਪ੍ਰਭੂ ਨੇ ਆਪ ਕਿਰਪਾ ਕਰਕੇ ਦੂਰ ਕੀਤੀ ਹੈ। ਵੇਖੋ ਸਰੀਰ ਦੀ ਭੁੱਖ ਜਿਹੜੀ ਲਿਮਟਿਡ ਹੈ। ਸਾਨੂੰ ਪ੍ਰਸ਼ਾਦਾ ਅਸੀਂ ਰੋਜ਼ ਛਕਦੇ ਹਾਂ, ਜੇ 2 ਪ੍ਰਸ਼ਾਦੇ ਛਕਿਆ ਨਹੀਂ ਭੁੱਖ ਦੂਰ ਹੋਈ, 3 ਖਾ ਲਵਾਂਗੇ, 4 ਖਾ ਲਵਾਂਗੇ, ਆਖਰ ਨੂੰ ਤੇ ਰੱਜ ਜਾਵਾਂਗੇ। ਪਰ ਜਿਹੜੀ ਮਨ ਦੀ ਭੁੱਖ ਹੈ, ਇਹ ਲਿਮਟਿਡ ਨਹੀਂ। ਮਨ ਨਹੀਂ ਕਦੇ ਰੱਜਦਾ, ਭਾਵੇਂ ਸਾਰੀ ਦੁਨੀਆ ਦਾ ਧਨ ਬੰਦੇ ਦੇ ਘਰ ਵਿੱਚ ਆ ਜਾਵੇ, ਫਿਰ ਵੀ ਕਹਿੰਦਾ ਨਹੀਂ, ਅਜੇ ਵੀ ਗੱਲ ਨਹੀਂ ਬਣੀ। ਇਹਨੂੰ ਕਹਿੰਦੇ ਤ੍ਰਿਸ਼ਨਾ। ਜਿਹੜੀ ਮਨ ਦੀ ਭੁੱਖ ਹੁੰਦੀ ਉਹਨੂੰ ਤ੍ਰਿਸ਼ਨਾ ਕਹਿੰਦੇ। ਸੋ ਜਿਹੜੀ ਤ੍ਰਿਸ਼ਨਾ ਹੈ ਉਹ ਕਿਸੇ ਤਰੀਕੇ ਨਾਲ ਨਹੀਂ ਬੁਝਦੀ, ਜਿੰਨੇ ਮਰਜ਼ੀ ਕੋਈ ਯਤਨ ਕਰੇ। ਉਹਦਾ ਇੱਕੋ ਹੀ ਢੰਗ ਹੈ, ਵਾਹਿਗੁਰੂ ਦਾ ਨਾਮ ਜਪੀਏ। ਤ੍ਰਿਸ਼ਨਾ ਬੁਝੈ ਹਰਿ ਕੈ ਨਾਮ। ਵਾਹਿਗੁਰੂ ਦੇ ਨਾਮ ਦੁਆਰਾ ਉਹ ਤ੍ਰਿਸ਼ਨਾ ਬੁਝ ਜਾਂਦੀ ਹੈ, ਪਰ ਸਾਰਿਆਂ ਦੀ ਨਹੀਂ। ਜਿਨ੍ਹਾਂ ਦਾ ਅੰਦਰ ਜੁੜੇਗਾ, ਨਾਮ ਤਾਂ ਬਹੁਤ ਜਪਦੇ ਨੇ, ਪਰ ਜਿਹੜੇ ਅੰਦਰੋਂ ਜੁੜ ਕੇ ਜਪਦੇ ਨੇ। ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲਾਹ ਕਰੋਰੇ। ਮਨ ਨਾ ਹੋਰੇ ਪਰੈ ਪਰੈ ਹੀ ਕੋ ਲੁੱਝੀ ਹੈ। ਸੁੰਦਰ ਨਾਰੀ ਪਰ ਗ੍ਰਹਿ ਬਿਕਾਰੀ, ਅਨਕ ਪ੍ਰਕਾਰੀ। ਬੁਰਾ ਭਲਾ ਨਹੀਂ ਸਿੱਝੀ ਹੈ। ਉਹਨੂੰ ਬੁਰੇ ਭਲੇ ਦੀ ਸੋਝੀ ਨਹੀਂ ਰਹਿੰਦੀ, ਜਿਹਦੇ ਅੰਦਰ ਤ੍ਰਿਸ਼ਨਾ ਆ ਜਾਂਦੀ ਹੈ। ਸੋ ਮਹਾਰਾਜ ਕਹਿੰਦੇ ਉਹ ਜਿਹੜੀ ਤ੍ਰਿਸ਼ਨਾ ਹੈ ਨਾ, ਪ੍ਰਭੂ ਨੇ ਆਪ ਕਿਰਪਾ ਕਰਕੇ ਬੁਝਾ ਦਿੱਤੀ ਹੈ। ਨਾਨਕ ਉਦਰੇ ਪ੍ਰਭ ਸਰਣਾਈ। ਤੇ ਅਖੀਰਲੀ ਪੰਕਤੀ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਕਿਰਪਾ ਕਰਦੇ ਨੇ ਕਿ ਪ੍ਰਭੂ ਦੀ ਸ਼ਰਨ ਵਿੱਚ ਜਾ ਕਰਕੇ ਤਰ ਗਏ ਹਾਂ।
ਇਸ ਕਰਕੇ ਭਾਈ ਤੁਸੀਂ ਵੀ ਪ੍ਰਭੂ ਦੀ ਗੁਰੂ ਦੀ ਸ਼ਰਨ ਲਵੋ, ਤਾਂ ਹੀ ਇਹ ਜੀਵਨ ਤੋਂ ਪਾਰ ਉਤਾਰਾ ਹੋਵੇਗਾ। ਭਾਵ ਇਹ ਜੀਵਨ ਦਾ ਪਾਰ ਉਤਾਰਾ ਹੋਵੇਗਾ, ਸੰਸਾਰ ਸਮੁੰਦਰ ਤੋਂ ਤਰਨਾ ਹੋਵੇਗਾ। ਇਹ ਪਾਵਨ ਪਵਿੱਤਰ ਉਪਦੇਸ਼ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤਾ ਹੈ, ਜਿਹਦਾ ਮੁੱਖ ਭਾਵ ਇਹ ਹੈ ਕਿ ਭਾਈ ਨਮਸਕਾਰ ਕੇਵਲ ਵਾਹਿਗੁਰੂ ਅੱਗੇ ਕਰਨੀ ਹੈ, ਗੁਣ ਵੀ ਪਰਮੇਸ਼ਰ ਵਾਹਿਗੁਰੂ ਦੇ ਗਾਉਣੇ ਨੇ, ਇੱਕ ਨਾਲ ਜੁੜਨਾ ਹੈ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗ੍ਰੰਥ ਧੰਨ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ, ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਗੁਰੂ ਦਸੀ ਮਰਿਆਦਾ ਵਿੱਚ ਚੱਲ ਕਰਕੇ ਨਾਮ ਬਾਣੀ ਸਤਸੰਗਤ ਅਭਿਆਸ ਕਰਕੇ ਜੀਵਨ ਸਵਾਰੋ। ਸਤਿਗੁਰੂ ਜੀ ਕਿਰਪਾ ਕਰਨ, ਭੁੱਲਾਂ ਦੀ ਖਿਮਾ ਬਖਸ਼ਿਓ। 2 ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ ਜੀ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਦਰੇ ਪ੍ਰਭ ਸਰਣਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।